वाहिगुरु जी का खालसा वाहिगुरु जी की फतेह। ਸਮੂਹ ਐਜੂਕੇਟ ਪੰਜਾਬ ਪ੍ਰੋਜੈਕਟ ਟੀਮ ਲੁਧਿਆਣਾ ਵੱਲੋਂ ਸਾਰੇ ਬੱਚਿਆਂ ਦਾ ਮਾਤਾ ਪਿਤਾ ਦਾ ਸਭ ਨੂੰ ਜੀ ਆਇਆਂ ਜੀ। ਤੇ ਆਪਾਂ ਅੱਜ ਜੋ ਆਪਣਾ ਕੈਂਪ ਹੈ 202 ਕੈਂਪ ਚੱਲ ਰਿਹਾ। ਅੱਜ 201 ਕੈਂਪ ਆਪਣੇ ਹੋ ਚੁੱਕੇ ਨੇ ਜੀ। ਗੁਰੂ ਸਾਹਿਬ ਬਹੁਤ ਕਿਰਪਾ ਕਰ ਰਹੇ ਨੇ। ਤੇ ਜਿਸ ਤਰ੍ਹਾਂ ਕੈਂਪ ਦਾ ਨਾਮ ਹੈ ਸੱਚੀ ਸ਼ਖਸੀਅਤ ਉਸਾਰੀ ਕੈਂਪ, ਇਹ ਬੱਚਿਆਂ ਦੀ ਸ਼ਖਸੀਅਤ ਵਿੱਚ ਵਿਕਾਸ ਹੋ ਰਿਹਾ ਹੈ। ਅੰਦਰੂਨੀ ਸ਼ਖਸੀਅਤ ਵੀ ਵੱਧ ਰਹੀ ਹੈ ਤੇ ਬਾਹਰਲੀ ਸ਼ਖਸੀਅਤ ਵੀ ਆਪਾਂ ਨੂੰ ਜੋ ਜਿਸ ਤਰ੍ਹਾਂ ਦੋਨੇ ਜ਼ਰੂਰੀ ਹਨ। ਤੇ ਆਪਾਂ ਆਰੰਭ ਕਰਦੇ ਹਾਂ ਜੀ ਜਾਪ ਦੇ ਨਾਲ। ਸਭ ਤੋਂ ਪਹਿਲਾਂ ਬੇਟੀ ਪ੍ਰਨੀਤ ਕੌਰ ਰੋਪੜ ਜ਼ੋਨ ਦੀ ਹੈ, 13738 EPB ਨੰਬਰ। ਇਹ ਆਪਣੇ ਨਾਲ ਜਾਪ ਕਰਵਾਏ ਜੀ ਗੁਰਮੰਤਰ ਦਾ ਤੇ ਮੂਲ ਮੰਤਰ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟੀ ਦਾ ਬਹੁਤ ਬਹੁਤ ਧੰਨਵਾਦ। ਇੱਕ ਬੇਨਤੀ ਆਪਾਂ ਹੋਰ ਬੱਚਿਆਂ ਨੂੰ ਨਾਲ ਦੀ ਨਾਲ ਕਰਦੇ ਹਾਂ, ਜਿਹੜੇ ਬੱਚੇ ਜਾਪ ਦੀ ਸੇਵਾ ਲੈਂਦੇ ਨੇ ਟਿਕਾ ਦੇ ਨਾਲ ਸਹਿਜ ਦੇ ਨਾਲ, ਕਾਹਲੀ ਨਹੀਂ ਕਰਨੀ, ਆਪਾਂ ਪ੍ਰੇਮ ਨਾਲ ਜਾਪ ਕਰਵਾਈਏ। ਤੇ ਬਹੁਤ ਬਹੁਤ ਧੰਨਵਾਦ ਜੀ। ਹੁਣ ਜੋ ਕਵਿਤਕ ਵਿਸ਼ੇ ਦਾ ਸੈਸ਼ਨ ਆ ਸ਼ੁਰੂ ਹੋ ਰਿਹਾ ਜੀ। ਸਭ ਤੋਂ ਪਹਿਲਾਂ ਬੇਟੀ ਸਿਮਰਜੀਤ ਕੌਰ ਖੋਖੀ ਪਿੰਡ ਤੋਂ ਹੈ ਜੀ, ਮਹਿਲ ਕਲਾਂ ਜ਼ੋਨ। ਇਹ ਬੱਚੇ ਨੂੰ ਬੇਨਤੀ ਕਰਦੇ ਆ ਆਪਣੀ ਕਵਿਸ਼ਰੀ ਸਾਂਝੀ ਕਰੇਗੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸ਼ਹੀਦ ਜੁਝਾਰ ਸਿੰਘ ਦੀਵਾਰ। ਜਦ ਸੁਣੇ ਸਿੰਘ ਜੁਝਾਰ ਨੇ ਵੀਰੇ ਤੇ ਸਕੇ, ਉਸ ਚਰਨੀ ਜਾ ਦਸ਼ਮੇਸ਼ ਦੀ ਕਿਹਾ ਫਤਿਹ ਬੁਲਾ ਕੇ, ਮੈਨੂੰ ਦਿਓ ਅੱਗੇ ਪਿਤਾ ਜੀ ਜੰਗ ਅੰਦਰ ਜਾ ਕੇ, ਮੈਂ ਫਰਜ਼ ਨਿਭਾਵਾਂ ਆਪਣਾ ਜੋ ਬਣਿਆ ਆ ਕੇ। ਇਹ ਸੁਣ ਕੇ ਅਰਜ਼ ਜੁਝਾਰ ਦੀ ਸਤਿਗੁਰ ਫਰਮਾਇਆ, ਇਹ ਜੰਗ ਹੈ ਹੱਕ ਤੇ ਸੱਚ ਦੀ ਨਾ ਮੋਹ ਨਾ ਮਾਇਆ, ਤੂੰ ਹੱਕ ਸੱਚ ਲਈ ਲੜਨ ਦਾ ਜੋ ਮਤਾ ਪਕਾਇਆ, ਤੇਰੇ ਸਿਰ ਤੇ ਸਦਾ ਹੀ ਰਹੇਗਾ ਮੇਰੇ ਹੱਥ ਦਾ ਸਾਇਆ। ਪਾਈਆਂ ਸਿੰਘ ਜੁਝਾਰ ਨੇ ਜੰਗ ਵਿੱਚ ਧਮਾਲਾਂ, ਪਾਈਆਂ ਦੁਸ਼ਮਣ ਦੇ ਕਰ ਵਿੱਚ ਤਰਕਾਲਾਂ, ਮੌਤ ਵਰਾਈ ਇਸ ਤਰ੍ਹਾਂ ਤਲਵਾਰਾਂ ਢਾਲਾਂ, ਮਿੱਟੀ ਮਿੱਟੀ ਹੋ ਗਈਆਂ ਦੁਸ਼ਮਣ ਦੀਆਂ ਚਾਲਾਂ। ਕੁਝ ਸੋਚ ਕੇ ਸਿੰਘ ਜੁਝਾਰ ਨੇ ਵਾਗ ਵਰਤਾਈ, ਤੇ ਚੰਨੀ ਜਾ ਦਸ਼ਮੇਸ਼ ਦੀ ਫਿਰ ਬੁਲਾਈ। ਆਵਾਜ਼ ਸੁਣੀ ਦਸ਼ਮੇਸ਼ ਨੇ ਤੇ ਨਜ਼ਰ ਉਠਾਈ, ਇੱਕ ਪਤਲੇ ਰੰਗ ਉਹਦੀ ਨੈਣਾ ਵਿੱਚ ਆਈ, ਤੇ ਬੋਲੇ ਗੁਰੂ ਦਸ਼ਮੇਸ਼ ਜੀ ਸਿੰਘ ਜਵਾਨਾ, ਕਿਉਂ ਆਇਆ ਵਾਪਸ ਜੰਗ ਚੋਂ ਹੋ ਕੇ ਮਰਦਾਨਾ, ਜੋ ਬਲਦ ਸਮਾਨੂੰ ਵੇਖੇ ਨਾ ਵੀ ਨਜ਼ਰਾਨਾ, ਉਹਨੂੰ ਪੂੰਡ ਆਖਣਾ ਚਾਹੀਦਾ ਉਹ ਨੀ ਪਰਵਾਨਾ। ਥੋੜਾ ਜਿਹਾ ਹੱਸ ਕੇ ਸਿੰਘ ਅਰਜ਼ ਗੁਜ਼ਾਰੀ, ਨਾ ਮੈਂ ਡਰਿਆ ਮੌਤ ਤੋਂ ਨਾ ਜਾਨ
ਵੱਲ ਪਰਤਾਇਆ ਜਾਂ ਤੈਨੂੰ ਜਿੱਤ ਉਡੀਕਦਾ ਤੇਰਾ ਮਜਾਇਆ ਮੁੜਿਆ ਜੋਦਾ ਜੰਗ ਨੂੰ ਕੋੜੇ ਤੇ ਬੈਠੇ ਉਸ ਧੂਮਿਆਂ ਨੂੰ ਖਿੱਚ ਲਈ ਵਾਹਿਗੁਰੂ ਕਹਿ ਕੇ ਉਹਦੇ ਨਿੱਗੇ ਜੀ ਨੂੰ ਬਿੰਨਿਆ ਬੋਲਣ ਨੂੰ ਸਹਿਕੇ ਇੱਕ ਬਿਜਲੀ ਜਿਹੀ ਚਮਕ ਪਈ ਜਦ ਖੰਡੇ ਡੈਕੇ ਉਹਦੇ ਚੱਕਰਾਂ ਦੇ ਥੀ ਧੜਾਂ ਤੋਂ ਸਿਰ ਡਿੱਗਦੇ ਲੈ ਕੇ ਜਿਉਂ ਟੁੱਟ ਪਏ ਬੰਗ ਮੁਟਿਆਰ ਦੀ ਗਜਰੇ ਸੰਗ ਕੇ ਜੰਗ ਵਿੱਚ ਸੁਰਾ ਲੜ ਰਿਹਾ ਪਾਪਾ ਬੁਲਾਵੇ ਉਹ ਇਉਂ ਬੈਤੜਾ ਬਦਲਦਾ ਜਿੱਦਾਂ ਪਰਛਾਵੇਂ ਇੱਕ ਚਿੱਪੇ ਚ ਪੱਗਦਾ ਆ ਗਿਆ ਉਹਦੀ ਅੱਖਾਂ ਸਾਵੇਂ ਤੇ ਉਹ ਇਉਂ ਸ਼ਹੀਦੀ ਪਾ ਗਿਆ ਜਿਸ ਦੁਨੀਆ ਗਾਵੇ ਉਹ ਇਉਂ ਸ਼ਹੀਦੀ ਪਾ ਗਿਆ ਜਿਸ ਦੁਨੀਆ ਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੀ ਦਾ ਬਹੁਤ ਬਹੁਤ ਧੰਨਵਾਦ। ਆਵਾਜ਼ ਥੋੜਾ ਰੁਕ ਕੇ ਆ ਰਹੀ ਸੀ ਪਰ ਫਿਰ ਵੀ ਬਹੁਤ ਵਧੀਆ ਬੇਟੀ ਦੇ ਜੋ ਬੱਚੇ ਦੱਸ ਰਹੇ ਨੇ ਕਿ ਬਹੁਤ ਵਧੀਆ ਲੱਗਿਆ ਬੱਚਿਆਂ ਨੂੰ। ਤੇ ਹੁਣ ਬੇਟੀ ਸੰਦੀਪ ਕੌਰ 15837 ਅੰਮ੍ਰਿਤਸਰ ਜ਼ੋਨ ਹੈ। ਬੇਟੀ ਆਪਣੇ ਵਿਚਾਰ ਕਵਿਸ਼ਰੀ ਜਾਂ ਕਵਿਤਾ ਪੇਸ਼ ਕਰੇਗੀ ਜੀ ਆਪਣੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਸਰ ਕਰੋ ਮੇਰੀ ਜੀ। ਆਵਾਜ਼ ਆਂਦੀ ਪਈ? ਹਾਂਜੀ ਹਾਂਜੀ ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਵੀਡੀਓ ਔਨ ਕਰ ਲਓ ਬੇਟਾ ਕੋਈ ਗੱਲ ਨਹੀਂ। ਦੱਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਨੀ ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਘੜੀ ਮੁੜੀ ਕਰਦੇ ਸਵਾਲ ਨੀ ਕਿੱਧਰ ਗਿਆ ਮੇਰਾ ਲਾਲ ਨੀ ਦੱਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਨੀ ਝਿੜਕਾਂ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਨਾ ਲਾਰੇ ਲਾ ਕੇ ਵਕਤ ਗੁਜ਼ਾਰਦੀ ਜਿੱਦ ਕਰਦੇ ਨੇ ਦੋਵੇਂ ਆਖਦੇ ਨੇ ਵਾਰ ਵਾਰ ਗੱਲ ਕਰ ਜੀਤ ਤੇ ਜੁਝਾਰ ਦੀ ਮਿਲਾਂਗੇ ਜ਼ਰੂਰ ਅਸੀਂ ਝੂਠੀ ਮੂਠੀ ਹੌਸਲਾ ਦੇ ਗੱਲੀ ਬਾਤੀ ਰਹੀ ਹਾਂ ਮੈਂ ਟਾਲੇ ਦੀ ਘੜੀ ਮੁੜੀ ਕਰਦੇ ਸਵਾਲ ਨੀ ਦੱਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਨੀ ਸਰਸਾਂ ਤੋਂ ਵੱਖ ਹੋ ਕੇ ਰਹਿਨੇ ਉਡੀਕ ਦੇ ਕੇ ਵੱਡੇ ਵੀਰੇ ਆਪੇ ਲੱਭ ਲੈਣਗੇ ਆਉਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬੜਾ ਸਾਡੇ ਤੋਂ ਬਿਨਾ ਉਹ ਕਦ ਰਹਿਣਗੇ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਦੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨੇ ਦੱਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਨੀ ਥੱਕੇ ਹਾਰੇ ਸੌਂਗੇ ਦੋਵੇਂ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆਖਦੇ ਸੀ ਮਿਲਾਂਗੇ
ਸਵੇਰੇ ਜਦ ਸਾਰਿਆਂ ਨੂੰ ਆਖਦੇ ਸੀ ਮਿਲਾਂਗੇ, ਸਵੇਰੇ ਜਦ ਸਾਰਿਆਂ ਨੂੰ ਰੁੱਸ ਰੁੱਸ ਸਭ ਨੂੰ ਸਤਾਵਾਂਗੇ, ਭੁੱਲ ਗਏ ਉਹ ਛੋਟਿਆਂ ਨੂੰ ਬੋਲਣਾ ਨੀ ਅਸੀਂ ਕਿਸੇ ਨਾਲ, ਇੱਕ ਹੀ ਭਲਾ ਗੱਲ ਹੋਈ, ਥੱਕੇ ਹਾਰੇ ਸੌਂਗੇ ਦੋਵੇਂ ਮਨ ਵਿੱਚ ਆਸ ਲਾ ਕੇ, ਕੱਲ ਤੱਕ ਸਾਰੇ ਮਿਲ ਜਾਵਾਂਗੇ, ਦੱਸ ਨੀ ਹਵਾਏ ਮੈਨੂੰ ਦੇਣੀ ਸੁਨੇਹਾ ਕੋਈ, ਕਿੱਧਰ ਗਿਆ ਮੇਰਾ ਲਾਲ ਨੀ, ਦੱਸ ਨੀ ਹਵਾਏ ਮੈਨੂੰ ਦੇਣੀ ਸੁਨੇਹਾ ਕੋਈ, ਕਿੱਧਰ ਗਿਆ ਮੇਰਾ ਲਾਲ ਨੀ, ਦੇਵਾਂ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ, ਘੜੀ ਮੁੜੀ ਕਰਦੇ ਸਵਾਲ ਨੀ, ਘੜੀ ਮੁੜੀ ਕਰਦੇ ਸਵਾਲ ਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟੀ ਦਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਬੱਚੇ ਨੇ ਕਵਿਤਾ ਗਾਈ। ਆਪਣੇ 4 ਸਾਹਿਬਜ਼ਾਦਿਆਂ ਬਾਰੇ ਆਪਾਂ ਸੁਣ ਚੁੱਕੇ ਹਾਂ ਜੀ, ਬੱਚਿਆਂ ਤੋਂ ਕਵਿਤਾਵਾਂ। ਤੇ ਹੁਣ ਆਪਣੇ ਕੋਲ ਜੁੜ ਰਹੇ ਨੇ ਭਾਈ ਹਰਜੀਤ ਸਿੰਘ ਜੀ, ਜੋ ਦੁੱਖ ਨਿਵਾਰਨ ਸਾਹਿਬ ਲੁਧਿਆਣਾ ਕਥਾ ਕਰਦੇ ਨੇ ਜੀ ਗੁਰਦੁਆਰਾ ਸਾਹਿਬ ਵਿਖੇ। ਭਾਈ ਹਰਜੀਤ ਸਿੰਘ ਜੀ ਦਾ ਸਵਾਗਤ ਹੈ ਜੀ, ਜੁਆਇਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਓ ਜੀ ਵੀਰ ਜੀ, ਸਵਾਗਤ ਹੈ ਜੀ ਵੀਰ ਜੀ ਦਾ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਸ਼ੁਰੂ ਕਰੋ ਜੀ। ਬਹੁਤ ਹੀ ਪਿਆਰੇ ਸ਼ਬਦਾਂ ਦੇ ਵਿੱਚ ਕਵਿਤਾ ਜਿਹੜੀ ਹੈ ਉਹ ਬੱਚਿਆਂ ਨੇ ਸੁਣਾਈ ਸਾਹਿਬਜ਼ਾਦਿਆਂ ਬਾਰੇ। ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਉਹਨਾਂ ਦੇ 4 ਸਾਹਿਬਜ਼ਾਦੇ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਅਨੰਤ ਸਿੰਘਾਂ, ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਦੇ ਹਾਂ ਇਹਨਾਂ ਪੋਹ ਦੇ ਦਿਨਾਂ ਦੇ ਵਿੱਚ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦਿਨਾਂ ਦੇ ਵਿੱਚ ਜੋ ਬਖਸ਼ਿਸ਼ਾਂ ਵਰਤਾਈਆਂ, ਉਹ ਅਸੀਂ ਤੱਕ ਹੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜੀਆਂ ਨੇ ਉਹ ਕਦੇ ਭੁੱਲ ਨਹੀਂ ਸਕਦੀਆਂ, ਤੇ ਨਾ ਹੀ ਸਾਨੂੰ ਭੁੱਲਣਾ ਚਾਹੀਦਾ। ਜੋ ਮੈਨੂੰ ਵਿਸ਼ਾ ਦਿੱਤਾ ਗਿਆ ਆਪ ਜੀ ਦੇ ਨਾਲ ਸਾਂਝਾ ਕਰਨ ਵਾਸਤੇ, ਕਿ ਜਦੋਂ ਮਾਤਾ ਗੁਜਰ ਕੌਰ ਜੀ ਔਰ ਉਹਨਾਂ ਦੇ ਨਾਲ 2 ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਜਦੋਂ ਗੰਗੂ ਦੇ ਘਰ ਤੋਂ ਚੱਲ ਕੇ ਮੋਰਿੰਡੇ ਕੋਤਵਾਲੀ ਵਿੱਚ ਆਉਂਦੇ ਨੇ, ਔਰ ਜਾਨੀ ਖਾਂ ਮਾਨੀ ਖਾਂ ਇੱਥੇ ਉਹਨਾਂ ਨੂੰ ਭੁੱਖੇ ਭਾਣੇ ਰੱਖ ਕੇ ਤੇ ਉਸ ਵੇਲੇ ਤਸੀਹੇ ਦਿੱਤੇ। ਜਦੋਂ ਦੇਖਿਆ ਵੀ ਇਹਨਾਂ ਨੇ ਈਨ ਨਹੀਂ ਮੰਨੀ, ਇਸਲਾਮ ਕਬੂਲ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਵੀ ਲਾਲਚ ਸੀ ਕਿ ਅਸੀਂ ਇਹਨਾਂ ਨੂੰ ਈਨ ਮਨਵਾ ਲਈਏ ਤੇ ਫਿਰ ਸਾਨੂੰ ਸੂਬਾ ਸਰਹੰਦ ਕੋਲੋਂ ਜਾਂ ਔਰੰਗਜ਼ੇਬ ਦੇ ਦਰਬਾਰ ਚੋਂ ਇਨਾਮ ਮਿਲੇਗਾ। ਤਸੀਹੇ ਇਹਨਾਂ ਨੇ ਦਿੱਤੇ, ਪਰ ਗੁਰੂ ਕੇ ਪਿਆਰਿਆਂ ਨੇ, ਗੁਰੂ ਕੇ ਸਾਹਿਬਜ਼ਾਦਿਆਂ ਨੇ ਇਹਨਾਂ ਦੀ ਈਨ ਨਹੀਂ ਮੰਨੀ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਜਾ ਕੇ ਇਹਨਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਹੈ। ਸੂਬਾ ਸਰਹੰਦ ਵਜ਼ੀਰ ਖਾਨ ਉਸੇ ਵੇਲੇ ਵਾਰੰਟ ਜਾਰੀ ਕਰਦਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਲੈ ਕੇ ਸਰਹੰਦ ਪਹੁੰਚੋ। ਮੋਰਿੰਡੇ ਕੋਤਵਾਲੀ ਤੋਂ ਚੱਲ ਕੇ ਲੈ ਕੇ ਆਉਂਦੇ ਨੇ। ਆਪਾਂ ਬੱਚਿਓ ਮਹਿਸੂਸ ਕਰ ਸਕਦੇ ਹਾਂ ਵੀ ਇਸ ਵੇਲੇ ਕਿੰਨੀ ਸਰਦੀ ਹੈ, ਔਰ ਉਸ ਵੇਲੇ ਕਿੰਨੀ ਸਰਦੀ ਹੋਏਗੀ ਜਦੋਂ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਦੋਵੇਂ ਪੋਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਆਂਦਾ ਗਿਆ ਤੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਪੁੱਛਿਆ ਗਿਆ ਵੀ ਇਹਨਾਂ ਨੂੰ ਕਿੱਥੇ ਰੱਖਣਾ ਹੈ, ਕਿਉਂਕਿ ਉੱਥੇ ਪਹਿਲਾਂ ਵੀ ਕੈਦੀ ਹੋਰ ਵੀ ਮੌਜੂਦ ਨੇ ਤੇ ਇਹਨਾਂ ਨੂੰ ਕਿਹੜੇ ਕੈਦਖਾਨੇ ਵਿੱਚ ਕੈਦ ਕਰਨਾ ਹੈ। ਉਹਨੇ ਆਖਿਆ ਇਹਨਾਂ ਨੂੰ ਬਾਕੀ ਕੈਦੀਆਂ ਦੇ ਵਾਂਗ
ਕੈਦਖਾਨੇ ਦੇ ਵਿੱਚ ਨਹੀਂ, ਇਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਣਾ ਹੈ। ਉਹ ਬੁਰਜ ਦਾ ਮਤਲਬ ਹੁੰਦਾ ਜਿਹੜਾ ਉੱਚਾ ਬਣਿਆ ਹੋਇਆ। ਠੰਡਾ ਉਹਨੂੰ ਤਾਂ ਕਹਿੰਦੇ ਨੇ ਕਿਉਂਕਿ ਉਹ ਜੇਠ ਹਾੜ ਦੇ ਮਹੀਨੇ ਦੇ ਵਿੱਚ ਉੱਥੇ ਬੈਠਣ ਦੇ ਨਾਲ ਠੰਡੀਆਂ ਹਵਾਵਾਂ ਉੱਥੇ ਮਿਲਦੀਆਂ ਨੇ, ਨਾਲ ਪਾਣੀ ਚੱਲਦਾ ਹੈ। ਉਸ ਪਾਣੀ ਦੇ ਟਕਰਾਅ ਦੇ ਨਾਲ ਜਦੋਂ ਹਵਾ ਚੱਲਦੀ ਹੈ ਤੇ ਉਹ ਜੇਠ ਹਾੜ ਦੇ ਮਹੀਨੇ ਉਹ ਬੁਰਜ ਤੇ ਬੈਠਣ ਵਾਲੇ ਨੂੰ ਠੰਡ ਮਹਿਸੂਸ ਹੁੰਦੀ ਹੈ। ਤੇ ਹਿਸਾਬ ਲਾ ਲਓ ਵੀ ਜਿਹੜਾ ਜੇਠ ਹਾੜ ਦੇ ਮਹੀਨੇ ਵਿੱਚ ਇੰਨਾ ਠੰਡਾ, ਉਹ ਪੋਹ ਦੇ ਦਿਨਾਂ ਵਿੱਚ ਕਿੰਨੀ ਠੰਡ ਉੱਥੇ ਮਹਿਸੂਸ ਹੁੰਦੀ ਹੋਏਗੀ। ਪਰ ਜਿਨ੍ਹਾਂ ਦੇ ਹਿਰਦਿਆਂ ਵਿੱਚ, ਕੰਠ ਵਿੱਚ ਗੁਰਬਾਣੀ ਵਸਦੀ ਹੈ, ਪਰਮਾਤਮਾ ਦਾ ਨਾਮ ਵਸਦਾ ਹੈ, ਉਹਨਾਂ ਨੂੰ ਗੁਰਬਾਣੀ ਦਾ ਹੀ ਨਿੱਘ ਇੰਨਾ ਮਿਲਦਾ ਹੈ ਕਿ ਬਾਹਰ ਦੀ ਠੰਡ ਵੀ ਉਹਨਾਂ ਦਾ ਕੁਝ ਵੀ ਜਿਹੜਾ ਵਿਗਾੜ ਨਹੀਂ ਸਕਦੀ ਜਾਂ ਉਹਨਾਂ ਨੂੰ ਡੁਲਾ ਨਹੀਂ ਸਕਦੀ। ਆਪਾਂ 12 ਮਾਹ ਦੇ ਵਿੱਚ ਵੀ ਪੜ੍ਹਦੇ ਹਾਂ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ। ਜਿਨ੍ਹਾਂ ਦੇ ਗਲ ਵਿੱਚ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹਨਾਂ ਨੂੰ ਗੁਰਬਾਣੀ ਦਾ ਹੀ ਨਿੱਘ ਇੰਨਾ ਮਿਲਦਾ ਹੈ ਕਿ ਉਹਨਾਂ ਨੂੰ ਬਾਹਰ ਦੀ ਠੰਡ ਇੰਨੀ ਮਹਿਸੂਸ ਨਹੀਂ ਹੁੰਦੀ। ਇਹੀ ਕਾਰਨ ਸੀ ਕਿ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਜੀ ਆਪਣੇ ਦੋਵੇਂ ਪੋਤਿਆਂ ਨੂੰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਲੈ ਕੇ, ਕਿਉਂਕਿ ਸੂਬਾ ਸਰਹੰਦ ਨੇ ਕਿਹਾ ਸੀ ਉੱਥੇ ਬਿਠਾਓ, ਕੋਈ ਪਰਦਾ ਨਹੀਂ ਕਰਨਾ, ਕੋਈ ਗਰਮ ਵਸਤਰ ਨਹੀਂ ਦੇਣਾ, ਔਰ ਪਾਣੀ ਦਾ ਘੁੱਟ ਵੀ ਪਿਆਉਣ ਦੀ ਇਜਾਜ਼ਤ ਨਹੀਂ। ਸਖਤ ਪਹਿਰਾ ਸਿਪਾਹੀਆਂ ਦਾ ਲਾ ਦਿੱਤਾ ਗਿਆ। ਮਾਤਾ ਗੁਜਰ ਕੌਰ ਜੀ ਨੇ ਦੋਵੇਂ ਲਾਲਾਂ ਨੂੰ ਆਪਣੇ ਕੋਲ ਸੱਜੇ ਤੇ ਖੱਬੇ ਬਿਠਾਇਆ। ਆਖਿਆ, ਪਿਆਰਿਓ, ਮੇਰੇ ਬੱਚਿਓ, ਆਓ, ਬਾਹਰ ਦਾ ਭੋਜਨ ਭਾਵੇਂ ਆਪਾਂ ਨੂੰ ਛਕਣ ਨੂੰ ਨਾ ਮਿਲੇ, ਪਰ ਆਪਾਂ ਗੁਰਬਾਣੀ ਦਾ ਭੋਜਨ ਛਕਣਾ ਹੈ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਸਾਨੂੰ ਗੁਰਬਾਣੀ ਦੇ ਰੂਪ ਵਿੱਚ ਵੀ ਇੱਕ ਭੋਜਨ ਦਿੱਤਾ ਜਿਹੜੀ ਸਾਡੀ ਰੂਹ ਦੀ ਖੁਰਾਕ ਹੈ। ਉਸ ਵੇਲੇ ਮਾਤਾ ਗੁਜਰ ਕੌਰ ਜੀ ਨੇ ਦੋਵੇਂ ਲਾਲ ਕੋਲ ਬਿਠਾ ਕੇ ਸੋਧਰ ਦੀ ਬਾਣੀ ਪੜ੍ਹੀ, ਸੋਹਲੇ ਦੀ ਬਾਣੀ ਦਾ ਜਾਪ ਕੀਤਾ। ਰਾਤ ਦਾ ਸਮਾਂ ਉੱਥੇ ਬੈਠ ਕੇ ਦੋਵੇਂ ਲਾਲ ਜਿਹੜੇ ਨੇ ਆਪਣੇ ਬੁੱਕਲ ਵਿੱਚ ਰਹਿ ਕੇ ਰਾਤ ਦਾ ਸਮਾਂ ਵਾਹਿਗੁਰੂ ਦਾ ਜਾਪ ਕਰਦਿਆਂ ਬਿਤਾਇਆ। ਅੰਮ੍ਰਿਤ ਵੇਲਾ ਹੋਇਆ, ਦੋਵਾਂ ਨੂੰ ਫਿਰ ਉਠਾ ਕੇ ਆਖਿਆ ਵੀ ਬਾਹਰ ਦਾ ਭੋਜਨ ਭਾਵੇਂ ਮਿਲੇ ਨਾ ਮਿਲੇ, ਆਓ ਆਪਾਂ ਗੁਰਬਾਣੀ ਦਾ ਭੋਜਨ ਛਕੀਏ। ਇੱਥੇ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਗੁਰੂ ਚਰਨਾਂ ਵਿੱਚ ਜੁੜਨ ਵਾਲੇ ਇਹਨਾਂ ਪਿਆਰ ਵਾਲੇ ਬੱਚਿਆਂ ਨੂੰ, ਕਿ ਆਪਣਾ ਜੀਵਨ ਇਸ ਤਰ੍ਹਾਂ ਦਾ ਬਣਾਓ ਕਿ ਜੇ ਇੱਕ ਦਿਨ ਤੁਹਾਨੂੰ ਖਾਣ ਵਾਸਤੇ ਵਧੀਆ ਮਿਲ ਗਿਆ ਤਾਂ ਵੀ ਕਹੋ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਜੇ ਕਿਸੇ ਦਿਨ ਕੁਛ ਵੀ ਖਾਣ ਨੂੰ ਨਹੀਂ ਨਾ ਮਿਲਦਾ ਤਾਂ ਉਸ ਵੇਲੇ ਅਸੀਂ ਉਲਾਂਭੇ ਨਹੀਂ ਦੇਣੇ, ਰੋਸ ਨਹੀਂ ਕਰਨਾ, ਉਸ ਦਿਨ ਵੀ ਕਹਿਣਾ ਵਾਹਿਗੁਰੂ ਤੇਰਾ ਸ਼ੁਕਰ ਹੈ। ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਬਾਣੀ ਨਾਲ ਜੋੜ ਕੇ ਐਸਾ ਜੀਵਨ ਦਿੱਤਾ ਹੈ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਸਾਡਾ ਜੀਵਨ ਐਸਾ ਹੋਣਾ ਚਾਹੀਦਾ ਹੈ। ਆਮ ਤੌਰ ਤੇ ਘਰ ਦੇ ਵਿੱਚ ਦੇਖਦੇ ਹਾਂ, ਮਾਂ-ਬਾਪ ਬੜੀ ਵਧੀਆ ਰੋਟੀ ਪ੍ਰਸ਼ਾਦਾ ਭੋਜਨ ਤਿਆਰ ਕਰਕੇ ਦਿੰਦੇ ਨੇ, ਪਰ ਜੇ ਕਿਸੇ ਦਿਨ ਘਰ ਵਿੱਚ ਕੁਝ ਖਾਣ ਨੂੰ ਨਾ ਮਿਲੇ ਤੇ ਅਸੀਂ ਕਿੰਨਾ ਕੁਝ ਕਹਿ ਦਿੰਦੇ ਹਾਂ ਮਾਂ-ਬਾਪ ਨੂੰ ਵੀ ਤੁਸੀਂ ਸਾਨੂੰ ਬਣਾ ਕੇ ਨਹੀਂ ਦਿੰਦੇ, ਖਵਾਉਂਦੇ ਨਹੀਂ। ਪਰ ਨਹੀਂ, ਸਾਨੂੰ ਸਿੱਖਣਾ ਚਾਹੀਦਾ ਹੈ ਸਾਹਿਬਜ਼ਾਦਿਆਂ ਤੋਂ। ਭਾਵੇਂ ਉਹਨਾਂ ਨੂੰ ਬਾਹਰੋਂ ਅੰਨ ਦਾ ਭੋਜਨ ਨਹੀਂ ਮਿਲਿਆ ਖਾਣ ਵਾਸਤੇ, ਪਰ ਗੁਰਬਾਣੀ ਦਾ ਭੋਜਨ ਛਕ ਕੇ ਇੱਕ ਵਾਰੀ ਨਹੀਂ ਕਿਹਾ ਦਾਦੀ ਮਾਂ ਸਾਨੂੰ ਭੁੱਖ ਲੱਗੀ ਹੈ ਤੇ ਕੁਝ ਖਾਣ ਵਾਸਤੇ ਦੇ, ਇੱਕ ਵਾਰੀ ਨਹੀਂ ਕਿਹਾ, ਕਿਉਂਕਿ ਗੁੜਤੀ ਦਿੱਤੀ ਸੀ ਮਾਤਾ ਜੀ ਨੇ ਬੱਚਿਆਂ ਨੂੰ ਕਿ ਤੁਸੀਂ ਦੁੱਖ ਸੁੱਖ ਦੇ ਵਿੱਚ ਇੱਕ ਬਰਾਬਰ ਰਹਿਣਾ ਹੈ। ਤੁਸੀਂ ਆਨੰਦਪੁਰ ਸਾਹਿਬ ਦਾ ਸੁੱਖ ਵੀ ਮਾਣਿਆ ਤੇ ਤੁਸੀਂ ਠੰਡੇ ਬੁਰਜ ਦੇ ਵਿੱਚ ਜੋ ਤੁਹਾਨੂੰ ਦੁੱਖ ਤਸੀਹੇ ਇੱਥੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਦਿੱਤੇ ਜਾਣੇ ਆ, ਉਹਦੇ ਵਿੱਚ ਵੀ ਤੁਸੀਂ ਰਹਿ ਕੇ ਅਡੋਲ ਰਹਿਣਾ, ਡੋਲਣਾ ਨਹੀਂ ਹੈ। ਸਾਨੂੰ ਇਹੀ ਗੁਰਬਾਣੀ ਦੇ ਵਿੱਚ ਵੀ ਸਿਖਾਇਆ ਗਿਆ ਕਿ ਅਸੀਂ ਉਹਦੇ ਹੁਕਮ ਵਿੱਚ, ਉਹਦੇ ਭਾਣੇ ਦੇ ਵਿੱਚ ਰਹਿਣਾ। ਅੱਜ ਲੋੜ ਹੈ ਸਾਨੂੰ ਇਹ ਸਿੱਖਿਆ ਲੈਣ ਦੀ ਸਾਹਿਬਜ਼ਾਦਿਆਂ ਤੋਂ ਕਿ ਜੇ ਇਹ ਆਨੰਦਪੁਰ ਸਾਹਿਬ ਵਧੀਆ ਖਾਣ ਵਾਸਤੇ ਮਿਲਿਆ ਤਾਂ ਵੀ ਉਹਨਾਂ ਨੇ ਕੋਈ ਰੋਸ ਨਹੀਂ ਕੀਤਾ, ਜੇ ਇਹਨਾਂ ਨੂੰ ਠੰਡੇ ਬੁਰਜ ਤੇ ਕੁਛ ਵੀ ਖਾਣ ਵਾਸਤੇ ਨਹੀਂ ਮਿਲਿਆ ਤਾਂ ਵੀ ਉਹਨਾਂ ਨੇ ਕੁਛ ਰੋਸ ਨਹੀਂ ਕੀਤਾ, ਸਗੋਂ ਗੁਰਬਾਣੀ ਦਾ ਭੋਜਨ ਛਕਿਆ। ਸਾਨੂੰ ਹਰ ਵੇਲੇ ਨਿਤਨੇਮ ਕਰਦੇ ਰਹਿਣਾ ਚਾਹੀਦਾ ਹੈ। ਜਿਹੜਾ ਇਹ ਬਾਣੀ ਦਾ ਭੋਜਨ ਹੈ ਇਹ ਸਾਨੂੰ ਛਕਦੇ, ਇਹਨੇ ਸਾਨੂੰ ਅਡੋਲ ਰੱਖਣਾ ਹੈ, ਅਸੀਂ ਡੋਲਾਂਗੇ ਨਹੀਂ। ਖੈਰ,
ਮਾਤਾ ਜੀ ਅੰਮ੍ਰਿਤ ਵੇਲਾ ਹੋਇਆ, ਮਾਤਾ ਜੀ ਨੇ ਦੋਵਾਂ ਲਾਲ ਨੂੰ ਜਿਹੜਾ ਸੀ ਆਪਣੇ ਸੱਜੇ ਤੇ ਖੱਬੇ ਜਿਹੜਾ ਗੋਦ ਵਿੱਚ ਲੈ ਕੇ ਉਹਨਾਂ ਦੇ ਸੀਸ ਰੱਖ ਕੇ ਰਾਤ ਸਵਾਇਆ ਸੀ, ਉਠਾਇਆ। ਕਹਿੰਦੇ ਆਓ ਅੰਮ੍ਰਿਤ ਵੇਲੇ ਦਾ ਭੋਜਨ ਛਕ ਲਈਏ। ਜਦੋਂ ਅੰਮ੍ਰਿਤ ਵੇਲੇ ਨਿਤਨੇਮ ਦਾ ਭੋਜਨ ਛਕੋਗੇ ਫਿਰ ਸਾਰਾ ਦਿਨ ਤੁਸੀਂ ਘਬਰਾਓਗੇ ਨਹੀਂ, ਡੋਲੋਗੇ ਨਹੀਂ। ਸੂਬਾ ਸਰਹੰਦ ਦੀ ਕਚਹਿਰੀ ਲੱਗ ਗਈ, ਸਾਰੇ ਅਹਿਲਕਾਰ ਆ ਗਏ, ਕਾਜੀ ਵੀ ਆ ਗਿਆ, ਵਜ਼ੀਰ ਖਾਂ ਵੀ ਆ ਗਿਆ, ਔਰ ਜਿੰਨੇ ਵੀ ਸਿਪਾਹੀ ਨੇ ਸਾਰੇ ਆ ਗਏ, ਸੁੱਚਾ ਨੰਦ ਵਰਗਾ ਵੀ ਆ ਗਿਆ। 2 ਸਿਪਾਹੀ ਭੇਜੇ ਨੇ ਵੀ ਜਾਓ ਠੰਡੇ ਬੁਰਜ ਤੋਂ ਬੱਚਿਆਂ ਨੂੰ ਲੈ ਕੇ ਆਓ, ਕਿਉਂਕਿ ਉਹ ਸੋਚਦੇ ਸੀ ਵੀ ਬੱਚੇ ਛੋਟੇ ਨੇ ਤੇ ਛੋਟੇ ਬੱਚੇ ਸਾਡੀਆਂ ਗੱਲਾਂ ਵਿੱਚ ਛੇਤੀ ਆ ਜਾਣਗੇ, ਅਸੀਂ ਇਹਨਾਂ ਨੂੰ ਡਰਾਵਾਂਗੇ ਤੇ ਇਹ ਡਰ ਜਾਣਗੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਦਾਦੀ ਮਾਂ ਨੇ ਉਹਨਾਂ ਨੂੰ ਆਪਣੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਚੇਤੇ ਕਰਾਏ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਪਹਿ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਨਾ ਕਿਸੇ ਦੇ ਭੈ ਦੇ ਵਿੱਚ ਰਹਿਣਾ ਤੇ ਨਾ ਕਿਸੇ ਨੂੰ ਆਪਣੇ ਵੱਲੋਂ ਕੋਈ ਭੈ ਦੇਣਾ ਹੈ, ਨਿਰਭਉ ਵਾਲਾ ਜੀਵਨ ਜਿਉਣਾ ਹੈ। ਆਏ ਨੇ ਦੋਵੇਂ ਸਿਪਾਹੀ, ਆ ਕੇ ਕਹਿੰਦੇ ਨੇ ਮਾਤਾ ਜੀ ਨੂੰ ਵੀ ਸਾਨੂੰ ਬੱਚੇ ਦਿਓ, ਅਸੀਂ ਲੈ ਕੇ ਜਾਣੇ ਨੇ। ਦੋਵੇਂ ਜਾਣੇ ਬੱਚੇ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਚੱਲਦੇ ਨੇ ਅੱਗੇ ਅੱਗੇ ਸਿਪਾਹੀ। ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਅੰਦਰ ਪ੍ਰਵੇਸ਼ ਕੀਤਾ ਨਾ ਦਰਵਾਜ਼ੇ ਤੋਂ, ਤੇ ਅਗਲੇ ਜਿਹੜੇ ਸਿਪਾਹੀ ਸੀ ਉਹਨਾਂ ਨੇ ਝੁੱਕ ਕੇ ਸਲਾਮ ਕੀਤਾ ਵਜ਼ੀਰ ਖਾਂ ਨੂੰ। ਜਦੋਂ ਵਜ਼ੀਰ ਖਾਂ ਨੂੰ ਸਲਾਮ ਕੀਤਾ ਤੇ ਨਾਲ ਹੀ ਕਹਿੰਦੇ ਬੱਚਿਓ ਇਹ ਸੂਬਾ ਸਰਹੰਦ ਹੈ, ਇਹਨੂੰ ਝੁੱਕ ਕੇ ਸਲਾਮ ਕਰੋ। ਸਾਹਿਬਜ਼ਾਦਿਆਂ ਨੇ ਕੀ ਕੀਤਾ? ਸਾਹਿਬਜ਼ਾਦਿਆਂ ਨੇ ਗੱਜ ਕੇ ਕਚਹਿਰੀ ਵਿੱਚ ਫਤਿਹ ਬੁਲਾਈ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਵੀ ਇੱਕ ਬੇਨਤੀ ਕਰਕੇ ਚੱਲਾਂ, ਜਦੋਂ ਵੀ ਕੋਈ ਫਤਿਹ ਬੁਲਾਉਂਦਾ ਹੈ ਤੇ ਸਾਨੂੰ ਉਹਦਾ ਜਵਾਬ ਗੱਜ ਕੇ ਹੀ ਦੇਣਾ ਚਾਹੀਦਾ ਹੈ। ਇਹ ਸਾਹਿਬਜ਼ਾਦਿਆਂ ਨੇ ਸਿਖਾਇਆ, ਕਿਉਂਕਿ ਇਹ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਉਂਦਾ ਹੈ। ਇਸ ਲਈ ਕਿਤੇ ਵੀ ਤੁਹਾਨੂੰ ਕੋਈ ਵੀ ਫਤਿਹ ਬੁਲਾਵੇ ਤਾਂ ਉਹਦਾ ਜਵਾਬ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੀ ਦੇਣਾ ਹੈ। ਕਿਉਂਕਿ ਆਮ ਤੌਰ ਤੇ ਸਾਡੀ ਹੁਣ ਫਤਿਹ ਢਿੱਲੀ ਪੈ ਗਈ, ਜਿੱਥੇ ਮਰਜ਼ੀ ਵੇਖ ਲਓ, ਫਤਿਹ ਬੁਲਾਉਣ ਵਾਲਾ ਫਤਿਹ ਬੁਲਾਉਂਦਾ ਜ਼ਰੂਰ ਹੈ ਪਰ ਅੱਗੋਂ ਜਵਾਬ ਉਹਨੇ ਚੜ੍ਹਦੀ ਕਲਾ ਵਿੱਚ ਆਉਂਦਾ ਨਹੀਂ ਹੈ। ਜਦੋਂ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ, ਸਿਪਾਹੀ ਕਹਿਣ ਲੱਗੇ ਬੱਚਿਓ ਇਹ ਸੂਬਾ ਸਰਹੰਦ ਹੈ, ਇੱਥੇ ਤੁਹਾਨੂੰ ਸਿਰ ਝੁਕਾ ਕੇ ਸਲਾਮ ਕਰਨੀ ਪਏਗੀ, ਇੱਥੇ ਫਤਿਹ ਨਹੀਂ ਤੁਹਾਡੀ ਚੱਲੇਗੀ। ਸਾਹਿਬਜ਼ਾਦਿਆਂ ਨੇ ਆਖਿਆ ਨਹੀਂ, ਸਾਨੂੰ ਤਾਂ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਫਤਿਹ ਬੁਲਾਉਣੀ ਸਿਖਾਈ, ਅਕਾਲ ਪੁਰਖ ਅੱਗੇ ਝੁਕਣਾ ਸਿਖਾਇਆ, ਸਾਨੂੰ ਤਾਂ ਗੁਰਬਾਣੀ ਦਾ ਪਾਠ ਕਰਾਉਂਦਿਆਂ ਸਾਡੀ ਦਾਦੀ ਮਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਸਾਹਿਬਜ਼ਾਦਿਆਂ ਨੇ ਆਖਿਆ ਵੀ ਸਾਨੂੰ ਤਾਂ ਇਹ ਸਮਝਾਇਆ, ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਪਰਮੇਸ਼ਵਰ ਦੇ ਹੱਥ ਸਾਰਿਆਂ ਦੀ ਡੋਰ ਹੈ, ਇਸ ਲਈ ਸਾਨੂੰ ਅਕਾਲ ਪੁਰਖ ਅੱਗੇ ਝੁਕਣਾ ਸਿਖਾਇਆ, ਕਿਸੇ ਬੰਦੇ ਦੇ ਅੱਗੇ ਨਹੀਂ। ਉਸ ਵੇਲੇ ਸਵਾਲ ਜਵਾਬ ਹੋਏ, ਦੇਖਿਆ ਵੀ ਇਹ ਤੇ ਨਿੱਕੀਆਂ ਜਿੰਦਾਂ ਨੇ ਪਰ ਇਹਨਾਂ ਦੇ ਹੌਸਲੇ ਬਹੁਤ ਵੱਡੇ ਨੇ। ਸਾਰਾ ਦਿਨ ਕਚਹਿਰੀ ਦੇ ਵਿੱਚ ਸਵਾਲ ਜਵਾਬ ਹੁੰਦੇ ਰਹੇ, ਸਾਹਿਬਜ਼ਾਦਿਆਂ ਨੇ ਡਟ ਕੇ ਉਹਨਾਂ ਦਾ ਜਵਾਬ ਦਿੱਤਾ, ਡੋਲੇ ਨਹੀਂ, ਘਬਰਾਏ ਨਹੀਂ। ਸੁੱਚਾ ਨੰਦ ਉੱਠਿਆ, ਉਹਨੇ ਬੜਾ ਕੁਛ ਸਾਹਿਬਜ਼ਾਦਿਆਂ ਨੂੰ ਬੋਲਿਆ, ਪਰ ਸਾਹਿਬਜ਼ਾਦੇ ਜਿਸ ਤਰ੍ਹਾਂ ਅਡੋਲ ਆਏ ਸੀ ਉਸੇ ਤਰ੍ਹਾਂ ਅਡੋਲ ਰਹੇ। ਉਹਨਾਂ ਦੇ ਡਰਾਵੇ ਵਾਲੀਆਂ ਗੱਲਾਂ ਵਿੱਚ ਸੁਣ ਕੇ ਡਰੇ ਨਹੀਂ। ਜਦੋਂ ਦੇਖਿਆ ਵੀ ਇਹ ਡਰਨ ਵਾਲੇ ਨਹੀਂ, ਇਹ ਤੇ ਅਸੀਂ ਸੋਚਦੇ ਸੀ ਵੀ ਬੱਚੇ ਨੇ, ਨਿੱਕੀਆਂ ਜਿੰਦਾਂ ਨੇ, ਪਰ ਇਹਨਾਂ ਦੇ ਹੌਸਲੇ ਬੜੇ ਵੱਡੇ ਨੇ। ਕਚਹਿਰੀ ਜਿਹੜੀ ਸੀ ਉਹ ਸਮਾਪਤ ਹੋਈ। ਵਾਪਸ ਮਾਤਾ ਗੁਜਰ ਕੌਰ ਜੀ ਦਾਦੀ ਮਾਂ ਦੇ ਕੋਲ ਬੱਚਿਆਂ ਨੂੰ ਭੇਜ ਦਿੱਤਾ। ਜਦੋਂ ਠੰਡੇ ਬੁਰਜ ਦੇ ਵਿੱਚ ਆਏ ਤਾਂ ਉਸ ਵੇਲੇ ਦਾਦੀ ਮਾਂ ਨੇ ਪੁੱਛਿਆ, ਮੇਰੇ ਲਾਲ ਅੱਜ ਤੁਹਾਨੂੰ ਕਚਹਿਰੀ ਦੇ ਵਿੱਚ ਕੀ ਪੁੱਛਿਆ ਗਿਆ? ਤੇ ਬਾਬਾ ਫਤਿਹ ਸਿੰਘ ਜੀ ਬੜੇ ਜੋਸ਼ ਨਾਲ ਕਹਿੰਦੇ ਆ, ਦਾਦੀ ਮਾਂ ਸਾਨੂੰ ਉਹ ਬਾਰ-ਬਾਰ ਡਰਾਉਂਦੇ ਸੀ ਪਰ ਅਸੀਂ ਡਰੇ ਨਹੀਂ। ਸਾਨੂੰ ਬਾਰ-ਬਾਰ ਕਹਿੰਦੇ ਸੀ ਉਸ ਸੂਬਾ ਸਰਹੰਦ ਵਜ਼ੀਰ ਖਾਂ ਦੇ ਅੱਗੇ ਝੁਕ ਜਾਓ, ਪਰ ਅਸੀਂ ਝੁਕੇ ਨਹੀਂ, ਕਿਉਂਕਿ ਸਾਨੂੰ ਤੁਸੀਂ ਅਕਾਲ ਪੁਰਖ ਅੱਗੇ ਝੁਕਣਾ ਸਿਖਾਇਆ।
ਸਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਝੁਕੇ ਤੇ ਅਸੀਂ ਕਿਵੇਂ ਝੁਕ ਜਾਂਦੇ। ਇਸੇ ਤਰ੍ਹਾਂ ਫਿਰ ਸ਼ਾਮ ਦਾਦੀ ਮਾਂ ਨੇ ਆਖਿਆ ਆਓ ਬੈਠ ਕੇ ਆਪਾਂ ਗੁਰਬਾਣੀ ਦਾ ਭੋਜਨ ਛਕੀਏ। ਸੋਦਰ ਦੀ ਬਾਣੀ ਦਾ ਪਾਠ ਕੀਤਾ, ਸਵੇਲੇ ਦੀ ਬਾਣੀ ਦਾ ਜਾਪ ਕੀਤਾ। ਦੋਵਾਂ ਨੂੰ ਆਪਣੇ ਨਾਲ ਖੱਬੇ ਔਰ ਸੱਜੇ ਬਿਠਾ ਕੇ ਮਾਤਾ ਕੌਰ ਜੀ ਜਿਹੜੇ ਨੇ ਲਾਡ ਕਰ ਕਰਦਿਆਂ ਅਸੀਸ ਦਿੰਦੇ ਨੇ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਧਿਆਨ ਰੱਖਿਓ, ਜੇ ਸਾਡੇ ਘਰਾਂ ਵਿੱਚ ਦਾਦੀ ਮਾਂ ਹੈ ਤਾਂ ਸਾਨੂੰ ਮਾਤਾ ਗੁਜਰ ਕੌਰ ਜੀ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਆਪਣੇ ਧੀਆਂ ਪੁੱਤਰਾਂ ਨੂੰ, ਪੋਤੇ ਪੋਤੀਆਂ ਨੂੰ ਕੋਲ ਬਿਠਾਓ ਔਰ ਉਹਨਾਂ ਨੂੰ ਗੁਰਮਤਿ ਸਿਖਾਓ। ਉਹਨਾਂ ਨੂੰ ਇਹ ਜਿਹੜੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਸੁਣਾਓ, ਜਿਨ੍ਹਾਂ ਨੂੰ ਰੋਜ਼ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਉਹਨਾਂ ਬਾਰੇ ਰੋਜ਼ ਦੱਸੋ। ਤਾਂ ਫਿਰ ਸਾਡੇ ਬੱਚੇ ਜਿਹੜੇ ਆ ਉਹ ਕਦੇ ਵੀ ਸੰਸਾਰ ਦੇ ਵਿੱਚ ਕਿਤੇ ਵੀ ਕਿਸੇ ਵੀ ਮੋੜ ਤੇ ਆ ਕੇ ਘਬਰਾਉਣਗੇ ਨਹੀਂ ਤੇ ਡੋਲਣਗੇ ਨਹੀਂ। ਅੱਜ ਫਿਰ ਜਦੋਂ ਪੇਸ਼ੀ ਤੋਂ ਵਾਪਸ ਆਏ, ਉਸ ਵੇਲੇ ਕਹਿੰਦੇ ਨੇ ਬਾਣੀ ਦਾ ਪਾਠ ਕਰਾਇਆ, ਬਾਣੀ ਦਾ ਜਾਪ ਕਰਾਇਆ। ਰਾਤ ਫਿਰ ਇਸੇ ਤਰ੍ਹਾਂ ਠੰਡੀਆਂ ਹਵਾਵਾਂ ਚੱਲਦੀਆਂ ਨੇ। ਉਸ ਬਰਫੀਲੀਆਂ ਹਵਾਵਾਂ ਦੇ ਵਿੱਚ ਠੰਡੇ ਬੁਰਜ ਵਿੱਚ ਬੈਠੇ ਨੇ ਮਾਤਾ ਜੀ ਨੇ, ਬੁੱਕਲ ਵਿੱਚ ਦੋਵਾਂ ਲਾਲ ਨੂੰ ਲੈ ਕੇ ਉਸ ਚਲਦੀ ਹੋਈ ਠੰਡੀ ਹਵਾ ਨੂੰ ਆਪਣੇ ਤਨ ਤੇ ਸਹਾਰਿਆ ਹੈ। ਪਰ ਧਿਆਨ ਰੱਖਣਾ, ਗੁਰਬਾਣੀ ਜਿਹਦੇ ਅੰਦਰ ਵਸ ਜਾਏ ਨਾ ਉਹਨੂੰ ਬਾਹਰ ਦੇ ਬਰਫੀਲੀਆਂ ਹਵਾਵਾਂ ਡੁਲਾ ਸਕਦੀਆਂ ਤੇ ਨਾ ਤੱਤੀਆਂ ਹਵਾਵਾਂ। ਮਹਾਰਾਜ ਕਹਿੰਦੇ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ, ਚਰਨਾਈ ਚਾਉ ਗਿਰਦ ਹਮਾਰੇ, ਰਾਮ ਕਾਰ ਦੁੱਖ ਲੱਗੇ ਨਾ ਭਾਈ। ਅੱਜ ਫਿਰ ਰਾਤ ਲੰਘੀ, ਅੰਮ੍ਰਿਤ ਵੇਲਾ ਹੋਇਆ, ਮਾਤਾ ਗੁਜਰ ਕੌਰ ਜੀ ਨੇ ਫਿਰ ਜਗਾਇਆ। ਦੋਵਾਂ ਨੂੰ ਉਠਾ ਕੇ ਫਿਰ ਨਾਲ ਜੁੜੀਏ। ਅੱਜ ਫਿਰ ਦਿਨ ਪਤਾ ਨਹੀਂ ਕੀ ਕੁਝ ਵਰਤਣਾ ਹੈ, ਅੱਜ ਦੇ ਦਿਨ ਪਤਾ ਨਹੀਂ ਕੀ ਭਾਣਾ ਵਰਤਣਾ ਹੈ। ਤੁਸੀਂ ਅਡੋਲ ਰਹਿਣਾ ਹੈ। ਆਓ ਨਿਤਨੇਮ ਕਰੀਏ। ਨਿਤਨੇਮ ਕਰਾਇਆ, ਵਾਹਿਗੁਰੂ ਦਾ ਜਾਪ ਕਰਵਾਇਆ। ਦਿਨ ਚੜਿਆ, ਅੱਜ ਫਿਰ ਕਚਹਿਰੀ ਲੱਗ ਗਈ। ਫਿਰ ਸਿਪਾਹੀ ਲੈਣ ਵਾਸਤੇ ਆਏ। ਧਿਆਨ ਰੱਖਣਾ, ਪਹਿਲੇ ਦਿਨ ਜਿਹੜੀ ਪੇਸ਼ੀ ਹੋਈ ਸੀ ਉਹ ਵੱਡੇ ਦਰਵਾਜ਼ੇ ਤੋਂ ਲੈ ਕੇ ਗਏ ਸੀ ਅੰਦਰ। ਜਦੋਂ ਅਡੋਲ ਰਹੇ ਦੇਖਿਆ ਡੋਲੇ ਨਹੀਂ। ਅੱਜ ਉਹਨਾਂ ਨੇ ਇੱਕ ਜੁਗਤੀ ਐਸੀ ਬਣਾ ਲਈ ਕਿ ਅਸੀਂ ਇਹਨਾਂ ਨੂੰ ਝੁਕਾਉਣਾ ਹੈ। ਸੂਬਾ ਸਰਹੰਦ ਵਜ਼ੀਰ ਖਾਂ ਦੇ ਅੱਗੇ ਉਹਨਾਂ ਨੇ ਇੱਕ ਛੋਟੀ ਬਾਰੀ ਹੈ, ਉਸ ਬਾਰੀ ਦੇ ਰਾਹੀਂ ਅੰਦਰ ਲਿਜਾਣ ਦਾ ਪ੍ਰਬੰਧ ਕੀਤਾ। ਉਹਨਾਂ ਨੇ ਇੱਕ ਪਲੈਨਿੰਗ ਕਰ ਲਈ। ਜਦੋਂ ਸਿਪਾਹੀ ਬੱਚਿਆਂ ਨੂੰ ਲੈ ਕੇ, ਸਾਹਿਬਜ਼ਾਦਿਆਂ ਨੂੰ ਲੈ ਕੇ ਉਸ ਬਾਰੀ ਕੋਲ ਆਏ, ਬਾਰੀ ਦਾ ਮਤਲਬ ਛੋਟਾ ਜਿਹਾ ਖਾਨਾ ਜਿਹਦੇ ਵਿੱਚੋਂ ਅੱਗੇ ਸਿਰ ਝੁਕਾ ਕੇ ਲੰਘਿਆ ਜਾਂਦਾ ਹੈ, ਕਿੰਨਾ ਛੋਟਾ ਸੀ ਉਹ। ਸਿਪਾਹੀ ਜਦੋਂ ਆਏ ਉਹ ਕਹਿਣ ਲੱਗੇ ਬੱਚਿਓ, ਜਿਵੇਂ ਅਸੀਂ ਸਿਰ ਝੁਕਾ ਕੇ ਅੰਦਰ ਜਾਵਾਂਗੇ, ਸਿਰ ਨੀਵਾਂ ਕਰਕੇ, ਤੁਸੀਂ ਸਾਡੇ ਮਗਰ ਉਸੇ ਤਰ੍ਹਾਂ ਸਿਰ ਨੀਵਾਂ ਕਰਕੇ ਆਉਣਾ ਹੈ। ਅੰਦਰ ਸੂਬਾ ਸਰਹੰਦ ਬੈਠਾ ਹੈ, ਸਾਰੀ ਕਚਹਿਰੀ ਲੱਗੀ ਹੋਈ ਹੈ ਔਰ ਸਾਰੇ ਵੇਖ ਰਹੇ ਨੇ ਕਿ ਜਦੋਂ ਸਾਹਿਬਜ਼ਾਦੇ ਸਿਰ ਨਵਾ ਕੇ ਅੰਦਰ ਆਉਣਗੇ ਅਸੀਂ ਰੌਲਾ ਪਾ ਦੇਵਾਂਗੇ ਕਿ ਸਾਹਿਬਜ਼ਾਦਿਆਂ ਨੇ ਸਿਰ ਝੁਕਾ ਦਿੱਤਾ। ਧਿਆਨ ਰੱਖਿਓ ਬੱਚਿਓ, ਸਾਡੀ ਵੀ ਉਮਰ ਉਹਨਾਂ ਵਾਂਗੂ ਛੋਟੀਆਂ ਉਮਰਾਂ ਦੇ, ਪਰ ਉਹਨਾਂ ਦੇ ਵਿੱਚ ਦੇਖੋ ਕਿੰਨੀ ਵੱਡੀ ਸੋਚ, ਕਿੰਨੀ ਵਿਵੇਕ ਬੁੱਧੀ ਸੀ ਉਹਨਾਂ ਦੇ ਕੋਲ। ਜਦੋਂ ਸਿਪਾਹੀ ਅੰਦਰ ਸਿਰ ਨਵਾ ਕੇ ਗਏ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੇ ਇੱਕ ਦੂਜੇ ਵੱਲ ਵੇਖਿਆ, ਇੱਕ ਦੂਜੇ ਨਾਲ ਵਿਚਾਰ ਕੀਤੀ, ਵੀਰਾ ਇਹ ਸਾਡੇ ਸਿਰ ਝੁਕਾਉਣ ਵਾਸਤੇ ਅੱਜ ਇਹ ਪਲੈਨਿੰਗ ਕਰਕੇ ਆਏ ਨੇ, ਇਹ ਸਾਡਾ ਸਿਰ ਨਵਾਉਣਾ ਚਾਹੁੰਦੇ ਨੇ, ਪਰ ਆਪਾਂ ਸਿਰ ਨਹੀਂ ਨਵਾਉਣਾ। ਅਸੀਂ ਮਰਦ ਅਗੰਬੜੇ ਗੁਰੂ ਕਲਗੀਧਰ ਪਾਤਸ਼ਾਹ ਦੇ ਬੱਚੇ ਹਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ, ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਅੰਸ਼ ਵੰਸ਼ ਵਿੱਚੋਂ ਹਾਂ, ਜਿਨ੍ਹਾਂ ਤਤੀ ਤਵੀ ਤੇ ਬੈਠ ਕੇ ਵੀ ਨਹੀਂ ਡੋਲੇ। ਇਹਨਾਂ ਨੇ ਸਾਨੂੰ ਝੁਕਾਉਣ ਵਾਸਤੇ ਇਹ ਪਲੈਨਿੰਗ ਕੀਤੀ ਹੈ। ਦੋਵੇਂ ਦੇਖੋ ਕਿੰਨੇ ਸਮਝਦਾਰ, ਉਸੇ ਵੇਲੇ ਉਹਨਾਂ ਦੀ ਪਲੈਨਿੰਗ ਨੂੰ ਸਮਝ ਗਏ। ਉਹਨਾਂ ਆਖਿਆ ਇਹ ਜਿਹੜੇ ਹੰਕਾਰੀ ਸਾਨੂੰ ਝੁਕਾਉਣਾ ਚਾਹੁੰਦੇ ਨੇ, ਅਸੀਂ ਇਹਨਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਸਿਰ ਨਵਾ ਕੇ ਅੰਦਰ ਨਹੀਂ ਜਾਵਾਂਗੇ, ਅਸੀਂ ਇਹਨਾਂ ਨੂੰ ਪੈਰ ਦੀ ਜੁੱਤੀ ਦਿਖਾ ਕੇ ਅੰਦਰ ਜਾਵਾਂਗੇ। ਕਿੰਨੇ ਵੱਡੇ ਹੌਸਲੇ ਵਾਲੇ, ਕਿੰਨੇ ਸਮਝਦਾਰ, ਸੂਝਵਾਨ। ਉਸੇ ਵੇਲੇ ਦੋਵਾਂ ਨੇ ਫੈਸਲਾ ਕਰ ਲਿਆ। ਹੁਣ ਅੰਦਰ ਸਾਰੇ ਵੇਖ ਰਹੇ ਨੇ ਵੀ ਜਦੋਂ ਹੀ ਇਹ ਬਾਰੀ ਤੋਂ ਅੰਦਰ ਆਉਣਗੇ ਅਸੀਂ ਰੌਲਾ ਪਾ ਦੇਵਾਂਗੇ। ਪਰ ਹੋਇਆ ਕੀ,
ਜਿੰਨੇ ਵੀ ਅੰਦਰ ਬੈਠੇ ਕਚਹਿਰੀ 'ਚ ਵੇਖ ਰਹੇ ਸੀ, ਕੀ ਵੇਖਦੇ ਨੇ? ਸਾਹਿਬਜ਼ਾਦੇ ਅੰਦਰ ਆਉਣ ਤੋਂ ਪਹਿਲਾਂ ਆਪਣੇ ਪੈਰ ਦੀ ਜੁੱਤੀ ਅੰਦਰ ਕੀਤੀ। ਜਦੋਂ ਪੈਰ ਦੀ ਜੁੱਤੀ ਅੰਦਰ ਕਰਕੇ ਫਿਰ ਸੀਸ ਬਾਅਦ ਵਿੱਚ ਜਦੋਂ ਬਾਹਰ ਅੰਦਰ ਆਏ ਤੇ ਆਉਂਦਿਆਂ ਸਾਰ ਫਿਰ ਉਹੀ ਗੱਜ ਕੇ ਫਤਿਹ ਬੁਲਾਈ ਹੈ। ਜਦੋਂ ਗੱਜ ਕੇ ਫਤਿਹ ਬੁਲਾਈ, ਸਾਰੇ ਸਨਾਟਾ ਛਾ ਗਿਆ ਕਚਹਿਰੀ ਵਿੱਚ। ਹੈਰਾਨ ਹੋ ਗਏ ਵੀ ਇਹ ਕੀ ਬਣ ਗਿਆ। ਅਸੀਂ ਤੇ ਇਹਨਾਂ ਨੂੰ ਬਾਰੀ ਦੇ ਰਾਹੀਂ ਲਿਆ ਕੇ ਸਿਰ 'ਚ ਨੀਵਾਂ ਕਰਨਾ ਚਾਹੁੰਦੇ ਸੀ, ਪਰ ਇਹਨਾਂ ਤੇ ਸਾਨੂੰ ਜੁੱਤੀ ਦਿਖਾ ਕੇ ਅੰਦਰ ਆਏ। ਫਿਰ ਅੱਜ ਦੂਜੇ ਦਿਨ ਗਰਜਵੀਂ ਆਵਾਜ਼ ਦੇ ਵਿੱਚ ਇਹਨਾਂ ਨੇ ਫਤਿਹ ਬੁਲਾ ਦਿੱਤੀ। ਅੱਜ ਸੁੱਚਾਨੰਦ ਨੂੰ ਕ੍ਰੋਧ ਆ ਗਿਆ। ਕ੍ਰੋਧ ਵਿੱਚ ਆ ਕੇ ਕਬੂਲ। ਦੇਖੋ, ਜਦੋਂ ਵੀ ਗੁੱਸਾ ਆਉਂਦਾ ਨਾ ਕਿਸੇ ਨੂੰ, ਕੋਈ ਵੀ ਹੋਵੇ, ਤੇ ਗੁੱਸੇ ਵਿੱਚ ਕਦੇ ਮਿੱਠਾ ਨਹੀਂ ਬੋਲਦਾ। ਕ੍ਰੋਧ ਵਿੱਚ ਹਮੇਸ਼ਾ ਕੋੜਾ ਹੀ ਬੋਲਿਆ, ਕਬੂਲ ਹੀ ਬੋਲਿਆ ਜਾਂਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਅਸੀਂ ਕ੍ਰੋਧ ਤੋਂ ਬਚ ਕੇ ਰਹਿਣਾ ਜਿੰਨਾ ਹੋ ਸਕੇ, ਕਿਉਂਕਿ ਇਹ ਸਾਡੇ ਬੋਲ ਵਿਗਾੜ ਦਿੰਦਾ ਹੈ। ਕਹਿੰਦੇ ਨੇ ਉਹਨੇ ਕਬੂਲ ਬੋਲਣੇ ਸ਼ੁਰੂ ਕਰ ਦਿੱਤੇ। ਬੜਾ ਕੁਛ ਉਹਨੇ ਬੋਲਿਆ, ਇੱਥੋਂ ਤੱਕ ਵੀ ਕਹਿ ਦਿੱਤਾ ਵੀ ਇਹ ਸੱਪ ਦੇ ਬੱਚੇ ਸਪੋਲੀਏ ਨੇ, ਇਹਨਾਂ ਨੂੰ ਮਾਰ ਦੇਣਾ ਹੀ ਚੰਗਾ। ਇਹ ਸ਼ਬਦਾਵਲੀ ਵਰਤੀ ਉਸ ਸੁੱਚਾਨੰਦ ਨੇ। ਇਹ ਭੁੱਲ ਗਿਆ ਵੀ ਇਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਤੇ ਜੰਜੂ ਦਾ ਰਖਵਾਲਾ ਬਣ ਕੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਹੈ। ਉਹ ਭੁਲਾ ਕੇ ਤੇ ਅੱਜ ਉਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਿਆਂ ਲਈ, ਗੁਰੂ ਕਲਗੀਧਰ ਪਾਤਸ਼ਾਹ ਲਈ ਇਹ ਸ਼ਬਦਾਵਲੀ ਵਰਤਦਾ ਹੈ। ਕਾਜੀ ਵੀ ਉੱਠਿਆ। ਕਾਜੀ ਕਹਿੰਦਾ, ਅਸੀਂ ਤੁਹਾਡੇ ਵੀਰ, ਤੁਹਾਡੇ ਪਿਤਾ ਨੂੰ ਮਾਰ ਦਿੱਤਾ ਹੈ, ਤੁਸੀਂ ਈਨ ਕਬੂਲ ਕਰ ਲਓ, ਸੂਬਾ ਸਰਹੰਦ ਅੱਗੇ ਝੁਕ ਜਾਓ, ਇਸਲਾਮ ਕਬੂਲ ਕਰ ਲਓ। ਪਰ ਸਾਹਿਬਜ਼ਾਦੇ ਕਹਿਣ ਲੱਗੇ, ਨਹੀਂ, ਅਸੀਂ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ, ਸਾਨੂੰ ਬੰਦਿਆਂ ਅੱਗੇ ਝੁਕਣਾ ਨਹੀਂ ਸਿਖਾਇਆ। ਜਦੋਂ ਦੇਖਿਆ ਵੀ ਅੱਜ ਇਹ ਫਿਰ ਨਹੀਂ ਡੋਲਦੇ ਪਏ, ਨਹੀਂ ਘਬਰਾਉਂਦੇ, ਭੁੱਖਣ ਭਾਣੇ ਇਹਨਾਂ ਨੂੰ ਰੱਖਿਆ ਗਿਆ। ਫਿਰ ਇਹਨਾਂ ਨੂੰ ਕਹਿੰਦੇ ਲਾਲਚ ਦਿੱਤੇ ਗਏ। ਧਿਆਨ ਰੱਖਿਓ, ਜਦੋਂ ਭੁੱਖ ਲੱਗੀ ਹੋਵੇ ਨਾ, ਉਦੋਂ ਸੁੱਕੀ ਰੋਟੀ ਵੇਖ ਕੇ ਵੀ ਮਨ ਲਲਚਾ ਜਾਂਦਾ ਵੀ ਚਲੋ ਰੋਟੀ ਸੁੱਕੀ ਆ, ਖਾ ਲਈਏ। ਪਰ ਇੱਥੇ ਸਾਹਿਬਜ਼ਾਦਿਆਂ ਨੂੰ ਮਠਿਆਈਆਂ ਦਿਖਾਈਆਂ ਗਈਆਂ, ਉਹਨਾਂ ਨੂੰ ਮਿੱਠੇ ਮਿੱਠੇ ਪਕਵਾਨ ਦਿਖਾਏ ਗਏ ਤਾਂ ਕਿ ਇਹ ਲੋਭ ਲਾਲਚ ਵਿੱਚ ਆ ਕੇ ਡੋਲ ਜਾਣ। ਪਰ ਇੰਨੇ ਦਿਨ ਦੇ ਭੁੱਖਣ ਭਾਣੇ ਇੱਕ ਕੁੰਮੇ ਮਾਸ਼ਕੀ ਦੇ ਘਰ ਪ੍ਰਸ਼ਾਦਾ ਛਕਿਆ ਸੀ, ਬੀਬੀ ਲక్ష్ਮੀ ਨੇ ਬਣਾ ਕੇ ਦਿੱਤਾ। ਗੰਗੂ ਨੇ ਤਾਂ ਜਿੱਦਾਂ ਦੀ ਰੋਟੀ ਦਿੱਤੀ ਸੀ, ਸਾਹਿਬਜ਼ਾਦੇ ਕਹਿੰਦੇ ਇਹ ਤਾਂ ਕੁੱਕਰ ਦੇ ਵੀ ਖਾਣ ਦੇ ਯੋਗ ਨਹੀਂ। ਉਦੋਂ ਦਾ ਭੋਜਨ ਉਹਨਾਂ ਨੇ ਖਾਧਾ। ਅੱਜ ਦੂਜਾ ਦਿਨ ਹੋ ਗਿਆ ਕਚਹਿਰੀ ਵਿੱਚ, ਫਿਰ ਵੀ ਨਹੀਂ ਡੋਲੇ। ਔਰ ਪਕਵਾਨ ਮਿੱਠੇ ਦੇਖ ਕੇ, ਮਠਿਆਈਆਂ ਵੇਖ ਕੇ ਵੀ ਮਨ ਨਹੀਂ ਲਲਚਾਇਆ। ਉਹਨਾਂ ਆਖਿਆ, ਅਸੀਂ ਤੇਰੇ ਅੱਗੇ ਝੁਕਣ ਵਾਲੇ ਨਹੀਂ। ਆ ਖਬਰਾਂ ਸੁਣਦੇ ਹੋ ਬੱਚਿਓ, ਕੋਈ ਆਇਆ ਤੇ ਲੋਭ ਲਾਲਚ ਵਿੱਚ ਕੋਈ ਚੀਜ਼ ਖਾਣ ਵਾਲੀ ਦੇ ਕੇ ਆਪਣੇ ਨਾਲ ਹੀ ਲੈ ਗਿਆ। ਇਦਾਂ ਦੇ ਵੀ ਹਾਲ ਇਸ ਦੁਨੀਆ ਵਿੱਚ ਵੇਖੇ ਨੇ। ਫਿਰ ਉਹਨਾਂ ਨੂੰ ਕਹਿਣ ਲੱਗੇ, ਤੁਹਾਨੂੰ ਅਸੀਂ ਜਗੀਰਾਂ ਦੇਵਾਂਗੇ, ਤੁਹਾਨੂੰ ਅਸੀਂ ਧਨ ਦੌਲਤ ਦੇਵਾਂਗੇ, ਤੁਹਾਨੂੰ ਉੱਚੀਆਂ ਉੱਚੀਆਂ ਪਦਵੀਆਂ ਦੇਵਾਂਗੇ, ਤੁਸੀਂ ਇਸਲਾਮ ਕਬੂਲ ਕਰ ਲਓ, ਈਨ ਮੰਨ ਲਓ। ਸਾਹਿਬਜ਼ਾਦੇ ਕਹਿੰਦੇ, ਨਹੀਂ, ਸਾਨੂੰ ਗੁਰਬਾਣੀ ਵਿੱਚ ਇਹ ਪੜ੍ਹਾਇਆ ਗਿਆ ਹੈ ਕਿ ਲਾਲਚ ਲੱਗ ਗਿਆ ਜਨਮ ਗਵਾਇਆ। ਕਿ ਜਿਹੜਾ ਲਾਲਚ ਵਿੱਚ ਲੱਗ ਗਿਆ ਉਹ ਆਪਣਾ ਜਨਮ ਗਵਾ ਲੈਂਦਾ ਹੈ। ਅਸੀਂ ਆਪਣਾ ਜਨਮ ਗਵਾਉਣ ਲਈ ਨਹੀਂ ਆਏ, ਅਸੀਂ ਆਪਣਾ ਜਨਮ ਸਵਾਰਨ ਲਈ ਆਏ ਹਾਂ। ਜਦੋਂ ਦੇਖਿਆ ਵੀ ਲਾਲਚ ਵੀ ਕੰਮ ਨਹੀਂ ਆਇਆ, ਕਹਿੰਦੇ ਫਿਰ ਇਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਕਈ ਵਿਦਵਾਨ ਮੰਨਦੇ ਨੇ ਕਿ ਗੁਲੇਲ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਵੱਟੇ ਪਾ ਕੇ ਇਹਨਾਂ ਦੇ ਨਿਸ਼ਾਨੇ ਵੀ ਮਾਰੇ ਗਏ। ਬਾਬਾ ਫਤਿਹ ਸਿੰਘ ਦੀ ਅੱਖ ਤੇ ਇੱਕ ਵੱਟਾ ਆ ਕੇ ਲੱਗਾ, ਤੇ ਜਦੋਂ ਖੂਨ ਨਿਕਲਿਆ ਨਾ, ਤੇ ਬਾਬਾ ਜੋਰਾਵਰ ਸਿੰਘ ਨੇ ਆਖਿਆ, ਵੀਰ, ਤੇਰੀ ਅੱਖ ਵਿੱਚੋਂ ਖੂਨ ਨਿਕਲਦਾ, ਡੋਲ ਨਾ ਜਾਏਗੀ। ਤੇ ਬਾਬਾ ਫਤਿਹ ਸਿੰਘ ਨੇ ਹੱਸ ਕੇ ਕਿਹਾ ਸੀ, ਵੀਰਾ, ਆ ਲਾਲ ਰੰਗ ਹੈ ਨਾ ਖੂਨ ਦਾ, ਲਾਲ ਰੰਗ, ਇਹ ਦੇਖ ਕੇ ਨਹੀਂ ਅਸੀਂ ਡੋਲਦੇ। ਕਿਉਂ? ਕਿਉਂਕਿ ਜਿਸ ਘਰ ਚੋਂ ਅਸੀਂ ਵਿਦਿਆ ਲੈ ਕੇ ਆਏ ਆ ਨਾ, ਉਹਨਾਂ ਨੇ ਸਾਨੂੰ ਲਾਲ ਰੰਗ ਚਾੜ ਕੇ ਭੇਜਿਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ। ਅਸੀਂ ਤੇ ਨਾਮ ਦੇ ਲਾਲ ਰੰਗ ਵਿੱਚ ਰੰਗੇ ਆਏ ਆ। ਇਹ ਖੂਨ ਦਾ ਰੰਗ ਦਿਖਾ ਕੇ ਸਾਨੂੰ ਡੁਲਾ ਨਹੀਂ ਸਕਦੇ, ਸਾਨੂੰ ਸਾਡੇ ਤੋਂ ਈਨ ਨਹੀਂ ਮਨਵਾ ਸਕਦੇ। ਇੱਥੋਂ ਤੱਕ ਕਿ ਕਹਿੰਦੇ ਛੜੀ ਲੈ ਕੇ ਨਾ, ਉਹ ਛੜੀ ਨਾਲ ਵੀ ਸਾਹਿਬਜ਼ਾਦਿਆਂ ਨੂੰ, ਕਈ ਮੰਨਦੇ ਨੇ ਇਹ ਵਿਦਵਾਨ, ਕਿ ਛੜੀ ਲੈ ਕੇ ਉਹਨਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਕੁੱਟਿਆ ਵੀ ਗਿਆ ਹੈ। ਤੇ ਦਾਸ ਨੇ ਜਦੋਂ ਸਾਹਿਬਜ਼ਾਦਿਆਂ ਦਾ ਦਿਨ ਸੀ, ਉਦੋਂ ਕਥਾ ਵਿੱਚ ਕਿਹਾ ਸੀ ਕਿ ਜਦੋਂ ਸਾਡੇ ਸਕੂਲ ਵਿੱਚ ਟੀਚਰ ਚਪੇੜ ਵੀ ਮਾਰ ਦੇਵੇ ਨਾ, ਤੇ ਮਾਂ-ਬਾਪ ਜਾਂਦੇ ਨੇ ਬੱਚਿਆਂ ਨੂੰ
ਦੇ ਨਾਲ ਸਕੂਲ ਟੀਚਰ ਨੂੰ ਕਹਿਣ ਵਾਸਤੇ ਕਿ ਸਾਡੇ ਬੱਚੇ ਨੂੰ ਚਪੇੜ ਕਿਉਂ ਮਾਰੀ, ਪਰ ਇੱਥੇ ਸਾਹਿਬਜ਼ਾਦਿਆਂ ਨੂੰ ਛੜੀ ਨਾਲ ਵੀ ਕੁੱਟਿਆ ਗਿਆ। ਪਰ ਉਸ ਮਾਲਕ ਉਧਰ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਬੇਨਤੀ ਕਰ ਰਹੇ ਸੀ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਉਧਰ ਬੇਨਤੀ ਹੋ ਰਹੀ, ਇੱਧਰ ਕਹਿੰਦੇ ਇੰਨਾ ਕੁਝ ਹੋਇਆ ਪਰ ਡੋਲੇ ਨਹੀਂ। ਹਾਰ ਗਿਆ ਵਜ਼ੀਰ ਖਾਂ, ਕਾਜੀ ਵੀ ਬੋਲ ਕੇ ਹਾਰ ਗਿਆ, ਸੁਚਾਨੰਦ ਵੀ ਬੋਲ ਕੇ ਥੱਕ ਗਿਆ। ਇਹਨਾਂ ਨੂੰ ਫਿਰ ਅੱਜ ਕਹਿੰਦੇ ਵਾਪਸ ਭੇਜਿਆ। ਅੱਜ ਫਿਰ ਦੂਜੇ ਦਿਨ ਵਾਪਸ ਆਏ, ਮਾਤਾ ਗੁਜਰ ਕੌਰ ਜੀ ਦੇ ਸੀਨੇ ਨਾਲ ਲੱਗੇ ਔਰ ਇੱਥੇ ਆ ਕੇ ਫਿਰ ਇਹਨਾਂ ਨੇ ਸਾਰਾ ਹਾਲ ਸੁਣਾਇਆ। ਮਾਤਾ ਜੀ ਕਹਿੰਦੇ ਆਓ, ਭੁੱਖ ਲੱਗੀ ਹੋਣੀ ਹੈ, ਆਪਾਂ ਨਿਤਨੇਮ ਕਰੀਏ, ਸੋਦਰ ਦੀ ਬਾਣੀ ਪੜੋ। ਸਵੇਲੇ ਦੀ ਬਾਣੀ ਪੜੀ। ਅੱਜ ਜਿਹੜੇ ਇਹ ਰਾਤ ਸੀ ਨਾ, ਇੱਥੇ ਇੱਕ ਮੋਤੀ ਰਾਮ ਮਹਿਰਾ ਹੈ, ਉਹ ਕੈਦੀਆਂ ਨੂੰ ਰੋਟੀ ਜਿਹੜੀ ਹੈ ਬਣਾ ਕੇ ਦਿੰਦਾ ਹੈ। ਜਿੰਨੇ ਵੀ ਕੈਦੀ ਨੇ ਨਾ ਸੂਬਾ ਸਰਹੰਦ ਵਿੱਚ, ਉਹਨਾਂ ਸਾਰਿਆਂ ਨੂੰ ਰੋਟੀ ਤਿਆਰ ਕਰਕੇ ਉਹਨਾਂ ਦੇ ਕੈਦੀਆਂ ਤੱਕ ਪਹੁੰਚਾਉਣ ਦੀ ਨੌਕਰੀ ਹੈ, ਇਹ ਨੌਕਰੀ ਕਰਦਾ ਇੱਥੇ। ਅੱਜ ਜਦੋਂ ਇਹ ਕੋਲੋਂ ਲੰਘਿਆ ਨਾ ਠੰਡੇ ਬੁਰਜ ਤੋਂ, ਕੈਦੀਆਂ ਨੂੰ ਰੋਟੀ ਦੇ ਕੇ, ਇਹਦਾ ਰੋਣਾ ਨਿਕਲ ਗਿਆ ਕਿ ਮੈਂ ਸਾਰੇ ਕੈਦੀਆਂ ਨੂੰ ਰੋਟੀ ਦੇ ਆਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਇੱਕ ਪਾਣੀ ਦਾ ਘੁੱਟ ਦੇਣ ਦੀ ਵੀ ਇਜਾਜ਼ਤ ਨਹੀਂ। ਘਰ ਗਿਆ, ਘਰ ਵਾਲੀ ਨੂੰ ਕਿਹਾ ਦੁੱਧ ਗਰਮ ਕਰ। ਉਹਨਾਂ ਆਖਿਆ ਦੁੱਧ ਕਾਦੇ ਲਈ? ਕਹਿੰਦੇ ਅੱਜ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣਾ ਹੈ, ਕੱਲ ਦੇ ਆਏ ਹੋਏ ਨੇ, ਕੁਝ ਨਹੀਂ ਉਹਨਾਂ ਨੇ ਛਕਿਆ। ਕਹਿੰਦੇ ਉਸ ਵੇਲੇ ਘਰ ਵਾਲੀ ਨੇ ਕਿਹਾ ਇਹ ਕੰਮ ਸੌਖਾ ਨਹੀਂ, ਇੰਨੇ ਸਿਪਾਹੀ ਪਹਿਰਾ ਲੱਗਾ ਹੈ ਤੇ ਕਿਵੇਂ ਜਾਓਗੇ? ਉਹਨੇ ਆਖਿਆ ਜੋ ਘਰ ਵਿੱਚ ਹੈ ਉਹ ਦੇ ਦੇ। ਉਹਨੇ ਗਹਿਣੇ ਸੀ ਥੋੜੇ ਬਹੁਤ ਪਏ ਹੋਣਗੇ, ਉਹ ਦਿੱਤੇ। ਉਹ ਇੱਕ ਇੱਕ ਸਿਪਾਹੀ ਨੂੰ ਰਿਸ਼ਵਤ ਦੇ ਕੇ, ਲਾਲਚ ਦੇ ਕੇ ਮਾਤਾ ਜੀ ਤੱਕ ਪਹੁੰਚਿਆ। ਰਾਤ ਹਨੇਰਾ ਹੋ ਚੁੱਕਾ ਸੀ। ਆਵਾਜ਼ ਦੇ ਕੇ ਆਖਿਆ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ, ਆਪ ਛਕੋ ਤੇ ਆਪਣੇ ਲਾਲਾ ਨੂੰ ਛਕਾਓ। ਕਹਿੰਦੇ ਉਸ ਵੇਲੇ ਮਾਤਾ ਜੀ ਨੇ ਕਿਹਾ ਮੋਤੀ ਰਾਮ, ਤੈਨੂੰ ਪਤਾ ਇਸ ਸੇਵਾ ਦੇ ਬਦਲੇ ਤੈਨੂੰ ਕੀ ਮਿਲੇਗਾ? ਤੇਰੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਪਰ ਉਹਨੇ ਆਖਿਆ ਮਾਤਾ ਜੀ ਪਰਵਾਹ ਕੋਈ ਨਹੀਂ, ਸੇਵਾ ਸਫਲ ਹੋ ਜਾਏ ਤੇ ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਿਆ। ਕਹਿੰਦੇ ਦੁੱਧ, ਉਹ 2 ਘੁੱਟ ਦੁੱਧ ਛਕਿਆ ਸੀ ਰਾਤ ਬਸ। ਮੋਤੀ ਰਾਮ ਮਹਿਰਾ ਨੇ ਜਿਹੜੀ ਸੇਵਾ ਨਿਭਾਈ ਸੀ ਨਾ, ਸਾਰੀ ਉਮਰ ਕੀ ਕਈ ਪੀੜ੍ਹੀਆਂ ਭਾਵ ਜਦੋਂ ਤੱਕ ਦੁਨੀਆ ਰਹੇਗੀ ਨਾ, ਮੋਤੀ ਰਾਮ ਮਹਿਰਾ ਸਾਨੂੰ ਯਾਦ ਆਏਗਾ, ਕਿਉਂਕਿ ਉਹਦੇ ਬਦਲੇ ਉਹਨੂੰ ਸਾਰੇ ਪਰਿਵਾਰ ਨੂੰ, ਉਹਦੇ ਬੱਚੇ ਨੂੰ ਕੋਹਲੂ ਵਿੱਚ ਪੀੜ ਦਿੱਤਾ ਸੀ। ਪੀੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਦਾ ਖੂਨ ਨਿਚੋੜ ਦਿੱਤਾ ਸੀ। 1-2 ਘੁੱਟ ਸੇਵਾ ਦੁੱਧ ਦੀ ਜਿਹੜੀ ਉਹਨੇ ਨਿਭਾਈ ਸੀ। ਅੱਜ ਰਾਤ ਲੰਘੀ, ਬਸ 2 ਘੁੱਟ ਦੁੱਧ ਛਕਿਆ। ਅੱਜ ਫਿਰ ਦਿਨ ਚੜਿਆ, ਅੰਮ੍ਰਿਤ ਵੇਲਾ ਹੋਇਆ। ਮਾਤਾ ਜੀ ਨੇ ਫਿਰ ਆਖਿਆ ਆਓ ਲਾਲ, ਗੁਰਬਾਣੀ ਦਾ ਭੋਜਨ ਛਕ ਲਈਏ। ਦੋਵਾਂ ਨੂੰ ਨਿਤਨੇਮ ਕਰਾਇਆ। ਅੱਜ ਫਿਰ ਸਿਪਾਹੀ ਆ ਗਏ ਲੈਣ ਲਈ। ਜਦੋਂ ਸਿਪਾਹੀ ਲੈਣ ਲਈ ਆਏ, ਮਾਤਾ ਜੀ ਨੇ ਫਿਰ ਇਹਨਾਂ ਨੂੰ ਨਾਮ ਦਾ ਰਸ ਦੇ ਕੇ ਤੋਰਿਆ। ਕਚਹਿਰੀ ਵਿੱਚ ਆਉਂਦਿਆਂ ਫਿਰ ਗੱਜ ਕੇ ਫਤਿਹ ਬੁਲਾਈ। ਅੱਜ ਜਿਹੜਾ ਨਾ ਇਸ ਕਚਹਿਰੀ ਦੇ ਵਿੱਚ ਸ਼ੇਰ ਮੁਹੰਮਦ ਖਾਂ ਬੈਠਾ ਹੈ। ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ। ਜਦੋਂ ਇਹਨੇ ਸੁਚਾਨੰਦ ਨੇ ਪੂਰਾ ਜ਼ੋਰ ਲਾ ਲਿਆ ਵੀ ਨਹੀਂ ਡੋਲਦੇ ਪਏ, ਉਸ ਵੇਲੇ ਫਿਰ ਇਹਨੇ ਵਜ਼ੀਰ ਖਾਂ ਨੂੰ ਆਖਿਆ ਵਜ਼ੀਰ ਖਾਂ, ਇਹਨਾਂ ਬੱਚਿਆਂ ਨੂੰ ਸੂਬਾ ਜਿਹੜਾ ਇਹ ਮਲੇਰਕੋਟਲੇ ਦਾ ਨਵਾਬ ਹੈ ਨਾ ਸ਼ੇਰ ਮੁਹੰਮਦ ਖਾਂ, ਇਹਦੇ ਹਵਾਲੇ ਕਰ ਦੇ। ਇਹਨੂੰ ਕਹਿ ਦੇ ਵੀ ਤੇਰੇ ਭਰਾ ਨੂੰ ਨਾਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿੱਚ ਮਾਰਿਆ ਤੇ ਆਪਣੇ ਭਰਾ ਦਾ ਬਦਲਾ ਇਹਨਾਂ ਬੱਚਿਆਂ ਤੋਂ ਲੈ ਲਵੇ। ਉੱਥੇ ਫਿਰ ਕਹਿੰਦੇ ਸ਼ੇਰ ਮੁਹੰਮਦ ਖਾਂ ਨੇ ਆਖਿਆ ਜੋ ਅੱਲਾ ਯਾਰ ਖਾਂ ਜੋਗੀ ਨੇ ਕਹੇ ਨੇ ਬੋਲ। कहने लगे बदला लेना होगा तो बाप से लेंगे, खुदा महफूज रखे मुझे इस पाप से। सूबा सरहंद वजीर खां, ये पाप मेरे तो नहीं होना। शेर मुहम्मद खां कहन लगा, जो मलेरकोटले दा नवाब सी, वो कहन लगा भी मेरे कोलों ये पाप नहीं होना, मैनू खुदा माफ करे, मैं ये पाप नहीं कर सकता, क्योंकि निक्कियां जिंदा छोटे बच्चों नूं इहो जे तसीहे देने, इहो जे पाप मैं नहीं कमा सकता। पर जदों वजीर खां ना मन्निया, वो मलेरकोटले दा नवाब उठ के कचहरी विचों चला गया। फिर इन्हां नूं डरावे दिते गए। अखीर जदों सारे हथ कंडे अपना ले, फिर इन्हां नूं शस्त्र दिखाए गए, हथियार।
ਜਦੋਂ ਸ਼ਸਤਰ ਦੇਖੇ ਨਾ ਤੇ ਜਿਨ੍ਹਾਂ ਨੇ ਮਠਿਆਈਆਂ ਨੂੰ ਹੱਥ ਨਹੀਂ ਸੀ ਪਾਇਆ, ਜਿਨ੍ਹਾਂ ਨੇ ਹੀਰੇ ਮੋਤੀ ਦੇ ਥਾਲ ਭਰੇ ਸੀ, ਉਹਨਾਂ ਨੂੰ ਹੱਥ ਨਹੀਂ ਪਾਇਆ। ਅੱਜ ਸਾਹਿਬਜ਼ਾਦਿਆਂ ਨੇ ਸ਼ਸਤਰ ਚੁੱਕ ਲਏ। ਜਦੋਂ ਸ਼ਸਤਰ ਚੁੱਕੇ ਤੇ ਸੁੱਚਾਨੰਦ ਕਹਿੰਦਾ ਇਹ ਕਿਉਂ? ਕਹਿਣ ਲੱਗੇ ਤੁਹਾਡੇ ਵਰਗੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ। ਕਹਿੰਦੇ ਜੇ ਛੱਡ ਦਿੱਤਾ ਜਾਏ ਕੀ ਕਰੋਗੇ? ਕਹਿੰਦੇ ਅਕਾਲ ਪੁਰਖ ਦੀ ਫੌਜ ਤਿਆਰ ਕਰਾਂਗੇ ਔਰ ਨਾਲ ਲਿਆ ਕੇ ਤੁਹਾਡੇ ਵਰਗੇ ਹੰਕਾਰੀਆਂ ਦੇ ਹੰਕਾਰ ਤੋੜਾਂਗੇ। ਬਸ ਇੰਨੀ ਗੱਲ ਕਹਿਣ ਦੀ ਦੇਰੀ ਸੀ, ਸੁੱਚਾਨੰਦ ਨੇ ਰੌਲਾ ਪਾ ਦਿੱਤਾ ਵੀ ਇਹ ਬਾਗੀ ਨੇ, ਇਹਨਾਂ ਦੇ ਬਗਾਵਤ ਦੀ ਸਜ਼ਾ, ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਵਜ਼ੀਰ ਖਾਂ ਵੀ ਕਲਪ ਗਿਆ। ਇੰਨੇ ਦਿਨ ਹੋ ਗਏ ਇਹ ਡੋਲੇ ਨਹੀਂ, ਸ਼ਸਤਰ ਚੁੱਕ ਕੇ ਕਹਿੰਦੇ ਨੇ ਅਸੀਂ ਤੁਹਾਡੇ ਵਰਗੇ ਹੰਕਾਰੀਆਂ ਦੇ ਹੰਕਾਰ ਤੋੜਾਂਗੇ, ਦੁਸ਼ਟਾਂ ਦਾ ਨਾਸ਼ ਕਰਾਂਗੇ, ਜ਼ੁਲਮ ਕਰਨ ਵਾਲੇ ਜ਼ਾਲਮ ਦੇ ਸਿਰ ਭੰਨਾਂਗੇ। ਕਹਿੰਦੇ ਉਸੇ ਵੇਲੇ ਕਾਜੀ ਨੂੰ ਆਖਿਆ ਤੂੰ ਫਤਵਾ ਸੁਣਾ। ਹੁਣ ਕਾਜੀ ਨੇ ਕਿਹੜਾ ਸੱਚ ਬੋਲਣਾ ਸੀ? ਗੁਰੂ ਸਾਹਿਬ ਨੇ ਕਿਹਾ ਕਾਜੀ ਕੂੜ ਬੋਲ ਮਲ ਖਾਏ। ਗੁਰਬਾਣੀ ਵਿੱਚ ਬਚਨ ਆਉਂਦੇ ਨੇ। ਉਹ ਕੂੜ ਬੋਲਣ ਵਾਲਾ, ਮਲ ਦਾ ਮਤਲਬ ਹੁੰਦਾ ਰਿਸ਼ਵਤ ਲੈ ਕੇ ਝੂਠ ਬੋਲਣ ਵਾਲਾ, ਕਿਉਂਕਿ ਉਹ ਕਿਸੇ ਧਰਮ ਕਿਸੇ ਕਾਨੂੰਨ ਵਿੱਚ ਹੈ ਹੀ ਨਹੀਂ ਬੱਚਿਆਂ ਨੂੰ ਸਜ਼ਾ ਦੇਣੀ। ਤੇ ਉਹਨੇ ਬੋਲੀ ਬੋਲਣੀ ਸੀ ਵਜ਼ੀਰ ਖਾਂ ਦੀ। ਵਜ਼ੀਰ ਖਾਂ ਦੀ ਬੋਲੀ ਉਹਨੇ ਬੋਲ ਦਿੱਤੀ। ਕਹਿਣ ਲੱਗਾ ਇਹਨਾਂ ਨੂੰ ਜਿਉਂਦਿਆਂ ਨੂੰ ਚਿਣ ਦਿੱਤਾ ਜਾਏ। ਧਿਆਨ ਰੱਖਿਓ, ਇੱਕ ਸ਼ਬਦਾਵਲੀ ਆਪਾਂ ਵਰਤਦੇ ਹਾਂ ਨੀਹਾਂ ਵਿੱਚ। ਨੀਹਾਂ ਵਿੱਚ ਚਿਣਿਆ ਨਹੀਂ ਜਾਂਦਾ, ਚਿਣਿਆ ਦੀਵਾਰ ਵਿੱਚ ਜਾਂਦਾ ਹੈ, ਕਿਉਂਕਿ ਜ਼ਮੀਨ ਦੇ ਬਰਾਬਰ ਨੀਹਾਂ ਹੁੰਦੀਆਂ ਨੇ, ਦੀਵਾਰ ਜ਼ਮੀਨ ਤੋਂ ਉੱਪਰ ਹੁੰਦੀ ਹੈ। ਨੀਹਾਂ ਦੇ ਉੱਪਰ ਦੀਵਾਰ ਖੜੀ ਹੁੰਦੀ ਹੈ। ਅਸੀਂ ਆਮ ਤੌਰ ਤੇ ਸ਼ਬਦਾਵਲੀ ਵਰਤਦੇ ਹਾਂ ਨੀਹਾਂ 'ਚ ਚਿਣੇ ਗਏ। ਨੀਹਾਂ ਵਿੱਚ ਨਹੀਂ, ਨੀਹਾਂ 'ਚ ਖੜੇ ਨੇ ਤੇ ਦੀਵਾਰ ਵਿੱਚ ਚਿਣੇ ਗਏ, ਇਹ ਧਿਆਨ ਰੱਖਣਾ। ਉਸੇ ਵੇਲੇ ਕਾਜੀ ਨੇ ਸੁਣਾਤਾ ਫਤਵਾ ਕਿ ਇਹਨਾਂ ਨੂੰ ਦੀਵਾਰ ਵਿੱਚ ਚਿਣ ਦਿੱਤਾ ਜਾਏ। ਜਦੋਂ ਸਾਹਿਬਜ਼ਾਦਿਆਂ ਨੇ ਸੁਣਿਆ, ਉਹ ਘਬਰਾਏ ਨਹੀਂ ਕਿ ਕੱਲ ਨੂੰ ਸਾਨੂੰ ਸ਼ਹੀਦ ਕਰ ਦੇਣਗੇ, ਸਗੋਂ ਚੜ੍ਹਦੀ ਕਲਾਂ ਵਿੱਚ ਖਿੜੇ ਮੱਥੇ ਉਹਨਾਂ ਨੇ ਜੈਕਾਰਾ ਛੱਡਿਆ, ਚੜ੍ਹਦੀ ਕਲਾਂ ਵਾਲਾ ਜੈਕਾਰਾ ਛੱਡਿਆ। ਵਜ਼ੀਰ ਖਾਂ ਕਹਿੰਦਾ ਜਾਓ ਇਹਨਾਂ ਨੂੰ ਭੇਜ ਦਿਓ ਠੰਡੇ ਬੁਰਜ ਤੇ, ਕੱਲ ਨੂੰ ਇਹਨਾਂ ਨੂੰ ਦੀਵਾਰ ਵਿੱਚ ਚਿਣਨ ਦਾ ਹੁਕਮ ਦਿੱਤਾ। ਅੱਜ ਜਦੋਂ ਦਾਦੀ ਮਾਂ ਕੋਲ ਆਏ ਨਾ, ਤੇ ਦਾਦੀ ਮਾਂ ਨੇ ਪੁੱਛਿਆ ਮੇਰੇ ਲਾਲ ਅੱਜ ਕੀ ਹੋਇਆ ਕਚਹਿਰੀ ਵਿੱਚ? ਕਹਿੰਦੇ ਮਾਂ ਅੱਜ ਫਿਰ ਹੋਈ ਸਵਾਲ ਜਵਾਬ। ਉਸੇ ਤਰ੍ਹਾਂ ਸਾਨੂੰ ਝੁਕਾਉਣ ਦੀ ਕੋਸ਼ਿਸ਼ ਕਰਦੇ ਰਹੇ ਕਿ ਝੁਕ ਜਾਣ, ਸਾਡੀ ਈਨ ਮੰਨ ਲੈਣ, ਇਸਲਾਮ ਕਬੂਲ ਕਰ ਲੈਣ, ਪਰ ਅਸੀਂ ਉਹਨਾਂ ਦੇ ਈਨ ਨੂੰ ਨਹੀਂ ਮੰਨਿਆ। ਅਸੀਂ ਤੁਹਾਡੇ ਗੁੜਤੀਆਂ ਜਿਹੜੀਆਂ ਤੁਸੀਂ ਦਿੱਤੀਆਂ ਸਿੱਖਿਆਵਾਂ, ਅਸੀਂ ਉਹਨਾਂ ਤੇ ਚੱਲ ਕੇ ਆਏ ਹਾਂ। ਦਾਦੀ ਮਾਂ ਜਦੋਂ ਬਾਬਾ ਫਤਿਹ ਸਿੰਘ ਕਹਿੰਦੇ ਦਾਦੀ ਮਾਂ ਅੱਜ ਉਹਨਾਂ ਨੇ ਸਾਨੂੰ ਦੀਵਾਰ ਵਿੱਚ ਚਿਣਨ ਦਾ ਹੁਕਮ ਕਰ ਦਿੱਤਾ ਹੈ। ਅਸੀਂ ਰੋਜ਼ ਤੁਹਾਡੇ ਕੋਲ ਸ਼ਾਮ ਨੂੰ ਆਉਂਦੇ ਸੀ, ਪਰ ਅਸੀਂ ਹੁਣ ਕੱਲ ਨੂੰ ਮੁੜ ਕੇ ਤੁਹਾਡੇ ਕੋਲ ਵਾਪਸ ਨਹੀਂ ਆਉਣਾ। ਮਾਤਾ ਗੁਜਰ ਕੌਰ ਜੀ ਕਹਿੰਦੇ ਮੇਰੇ ਲਾਲ ਅੱਜ ਤੱਕ ਤੁਸੀਂ ਮੇਰੀ ਗੋਦ ਵਿੱਚ ਆਉਂਦੇ ਰਹੇ, ਮੇਰੇ ਬੁੱਕਲ ਦਾ ਨਿੱਘ ਰਹਿੰਦੇ ਰਹੇ, ਪਰ ਕੱਲ ਨੂੰ ਤੁਸੀਂ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਚਲੇ ਜਾਣਾ ਹੈ। ਉਹ ਰਾਤ ਕਿਵੇਂ ਲੰਘੀ ਹੋਏਗੀ? 12 ਪੋਹ ਦੀ ਰਾਤ, ਕਿਉਂਕਿ 13 ਪੋਹ ਨੂੰ ਸ਼ਹਾਦਤ ਹੈ ਸਾਹਿਬਜ਼ਾਦਿਆਂ ਦੀ। 12 ਪੋਹ ਦੀ ਰਾਤ, ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਦੋਵਾਂ ਨੂੰ ਕੋਲ ਬਿਠਾ ਕੇ ਸਿਮਰਨ ਕਰਾਇਆ ਹੋਣਾ ਹੈ, ਕਿਉਂਕਿ ਸਿਮਰਨ ਇੱਕ ਪਾਵਰ ਹੈ। ਬਾਣੀ ਦਾ ਜਾਪ ਇੱਕ ਪਾਵਰ ਹੈ ਸਾਡੀ, ਜੋ ਸਾਨੂੰ ਡੋਲਣ ਨਹੀਂ ਦਿੰਦੀ। ਉਹ ਗੁਰਬਾਣੀ ਦਾ ਜਾਪ ਕਰਵਾ ਕੇ ਨਿਤਨੇਮ ਸਿਮਰਨ ਕਰਵਾਇਆ। ਅੱਜ ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਜੋੜਿਆ ਗੁਰਬਾਣੀ ਨਾਲ। ਜਦੋਂ ਸੂਰਜ ਚੜ੍ਹਿਆ, ਕਚਹਿਰੀ ਫਿਰ ਲੱਗੀ ਹੈ। ਅੱਜ ਸਿਪਾਹੀ ਲੈਣ ਵਾਸਤੇ ਆ ਗਏ। ਉੱਥੇ ਅੱਲਾ ਯਾਰ ਖਾਂ ਜੋਗੀ ਨੇ ਬੜੇ ਸੋਹਣੇ ਬੋਲ ਕਹੇ ਨੇ। ਜਦੋਂ ਸਿਪਾਹੀ ਲੈਣ ਆਏ ਤਾਂ ਮਾਤਾ ਜੀ ਕਹਿੰਦੇ ਨੇ ਆਓ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ। ਉਸ ਵੇਲੇ ਦਾਦੀ ਮਾਂ ਨੇ ਆਖਿਆ केसों में कंगी करूं, मुंह को धुला तो लूं, नन्हे से सरों पे कलगी सजा तो लूं, आओ मेरे लाल मरने से पहले दुल्हा बना तो लूं। कहंदे आओ मेरे लाल अज तुसीं शहादत दा जाम पीना है, मौत नूं विआउण चले हो, ते आओ मैं तुहानूं अपने हत्थीं तैयार करके भेजां। अपने हत्थीं माता जी ने तैयार कीते। दोवां ने गलवकड़ी दादी मां नूं पाई, ਤੁਰੇ ਨੇ ਸਿਪਾਹੀਆਂ ਦੇ ਨਾਲ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਗੱਲਬਾਤ ਹੋ ਰਹੀ ਸੀ ਵੀ ਇਹਨਾਂ ਨੂੰ ਦੀਵਾਰ 'ਚ ਕੌਣ ਚਿਣੇਗਾ। ਧਿਆਨ ਦੇਣਾ।
ਕਹਿੰਦੇ ਉਸੇ ਦਿਨ ਨਾ ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਦੋ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹ ਦੋਵਾਂ ਦੀ ਨਾ ਤਰੀਕ ਸੀ ਉਸ ਦਿਨ। ਇਹਨਾਂ ਦਾ ਕੇਸ ਚੱਲਦਾ ਸੀ ਕਚਹਿਰੀ ਵਿੱਚ, ਔਰ ਇਹਨਾਂ ਦੇ ਜੋ ਇਹਨਾਂ ਨੇ ਗੁਨਾਹ ਕੀਤਾ ਸੀ, ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਣੀ ਸੀ। ਇਹ ਸਮਾਣੇ ਦੇ ਰਹਿਣ ਵਾਲੇ ਨੇ। ਔਰ ਜਿਹੜਾ ਜਲਾਦ ਜਲਾਲੂਦੀਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲਾਉਣ ਵਾਲਾ ਨਾ, ਇਹ ਉਹਨਾਂ ਦੇ ਰਿਸ਼ਤੇਦਾਰ ਹੀ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ। ਇਹ ਸਮਾਣੇ ਤੋਂ ਆਏ ਸੀ ਆਪਣੀ ਤਰੀਕ ਭੁਗਤਣ। ਇਹਨਾਂ ਨੂੰ ਆਖਿਆ ਵੀ ਜੇ ਤੁਸੀਂ ਬੱਚਿਆਂ ਨੂੰ ਦੀਵਾਰ ਵਿੱਚ ਚਿਣਦੇ ਹੋਗੇ ਤਾਂ ਅਸੀਂ ਤੁਹਾਡਾ ਕੇਸ ਬੰਦ ਕਲੋਜ਼ ਕਰ ਦਿਆਂਗੇ, ਤੁਹਾਡਾ ਕੇਸ ਖਤਮ ਹੋ ਜਾਏਗਾ, ਤੁਹਾਨੂੰ ਮੌਤ ਦੀ ਸਜ਼ਾ ਵੀ ਮਾਫ ਕਰ ਦਿਆਂਗੇ, ਤੁਹਾਡੀ ਤਰੀਕਾਂ ਵੀ ਖਤਮ ਹੋ ਜਾਣਗੀਆਂ, ਤੁਸੀਂ ਦੀਵਾਰ ਵਿੱਚ। ਇਹਨਾਂ ਦੋਵਾਂ ਨੇ ਆਖਿਆ ਠੀਕ ਹੈ, ਨਾ ਸੁਣਾਓ, ਸਾਡਾ ਕੇਸ ਕਲੋਜ਼ ਕਰ ਦਿਓ, ਅਸੀਂ ਇਹਨਾਂ ਦੋਵਾਂ ਨੂੰ ਦੀਵਾਰ ਵਿੱਚ ਚਿਣਾਂਗੇ। ਉਧਰੋਂ ਸਾਹਿਬਜ਼ਾਦੇ ਆ ਗਏ। ਉਹਨਾਂ ਆਖਿਆ ਆਖਰੀ ਮੌਕਾ ਹੈ, ਹਜੇ ਵੀ ਤੁਸੀਂ ਇਸਲਾਮ ਕਬੂਲ ਕਰ ਲਓ। ਉਹ ਕਹਿਣ ਲੱਗੇ ਨਹੀਂ, ਸਾਨੂੰ ਇਸਲਾਮ ਕਬੂਲ ਨਹੀਂ, ਕਿਉਂਕਿ ਸਾਡੀ ਪੜ੍ਹਾਈ ਇਹ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਹਿਣ ਕਾ ਤੋ ਆਓ ਹਮਾਰੇ ਪਾਸ। ਸਾਨੂੰ ਸੱਚੀ ਪ੍ਰੀਤ ਪਰਮੇਸ਼ਵਰ ਨਾਲ ਕਰਨੀ ਸਿਖਾਈ ਹੈ, ਤੇ ਜਿਹੜੀ ਪਰਮੇਸ਼ਵਰ ਨਾਲ ਸੱਚੀ ਪ੍ਰੀਤ ਪਾਈ ਹੈ ਨਾ, ਅਸੀਂ ਉੱਥੇ ਧੋਖਾ ਨਹੀਂ ਕਰ ਸਕਦੇ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਸੀਂ ਤਾਂ ਸਿਰਫ ਪੜ੍ਹਦੇ ਹੀ ਆ ਨਾ, ਉਹਨਾਂ ਨੇ ਪੜ੍ਹ ਕੇ ਉਹਨੂੰ ਕਮਾ ਕੇ ਵਿਖਾਇਆ। ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾੜੈ ਖੇਤ। ਕਹਿੰਦੇ ਨੇ ਜਦੋਂ ਨਹੀਂ ਮੰਨੇ ਤਾਂ ਲੈ ਗਏ ਦੋਵਾਂ ਸਾਹਿਬਜ਼ਾਦਿਆਂ ਨੂੰ। ਅੱਜ ਜਾਓ ਤੁਸੀਂ ਫਤਿਹਗੜ੍ਹ ਸਾਹਿਬ, ਜਿੱਥੇ ਦੀਵਾਰ ਵਿੱਚ ਚਿਣਿਆ ਉੱਥੇ ਬੈਠ ਕੇ ਮਹਿਸੂਸ ਕਰੋ। ਅਸੀਂ ਸਿਰਫ ਉੱਥੇ ਮੇਲਾ ਵੇਖਣ ਜਾਂ ਉੱਥੇ ਬਾਹਰ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਨਹੀਂ ਅਸੀਂ ਜਾਣਾ, ਉਸ ਠੰਡੇ ਬੁਰਜ ਤੇ ਜਾ ਕੇ ਬੈਠੀਏ ਜਿੱਥੇ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ ਲੈ ਕੇ ਬੈਠੀ। ਉਹ ਦੀਵਾਰ ਦੇ ਕੋਲ ਜਿੱਥੇ ਅੱਜ ਪ੍ਰਕਾਸ਼ ਹੈ ਗੁਰੂ ਸਾਹਿਬ ਦਾ, ਉੱਥੇ ਜਾ ਕੇ ਬੈਠੋ ਔਰ ਮਹਿਸੂਸ ਕਰੋ ਵੀ ਇੱਥੇ ਸਾਡੇ ਸਾਹਿਬਜ਼ਾਦੇ, ਸਾਡੇ ਬਾਬੇ ਇੱਥੇ ਕਿਵੇਂ ਦੀਵਾਰ ਵਿੱਚ ਚਿਣੇ। ਇੱਟਾਂ ਲਿਆਂਦੀਆਂ, ਚੂਨਾ ਲਿਆਂਦਾ, ਜਿਹਨੂੰ ਅਸੀਂ ਕਹਿ ਲਓ ਸੀਮਟ, ਜਿਹਨੂੰ ਅੱਜ ਕਹਿੰਦੇ ਗਾਰਾ। ਦੋਵੇਂ ਸਾਹਿਬਜ਼ਾਦੇ ਇੱਥੇ ਖੜਾ ਕੇ ਇੱਕ ਇੱਕ ਇੱਟ ਦਾ ਰਦਾ ਲਾਉਣਾ ਸ਼ੁਰੂ ਕੀਤਾ। ਜਦੋਂ ਦੀਵਾਰ ਗੋਡੇ ਤੱਕ ਆ ਗਈ ਨਾ, ਤੇ ਬਾਬਾ ਫਤਿਹ ਸਿੰਘ ਜੀ ਦਾ ਗੋਡਾ ਪਹਿਲਾਂ ਆ ਗਿਆ, ਕਿਉਂਕਿ ਕੱਦ ਉਹਨਾਂ ਦਾ ਛੋਟਾ ਸੀ। ਤੇ ਜਦੋਂ ਇੱਟ ਤੋੜਨ ਲੱਗੇ ਤੇ ਨਾਲ ਦਾ ਕਹਿਣ ਲੱਗਾ ਵੀ ਇੱਟ ਕਿਉਂ ਤੋੜਦਾ ਹੈ, ਸਰਕਾਰੀ ਇੱਟ ਹੈ। ਇਹਨਾਂ ਨੇ ਤਾਂ ਜਿਹੜਾ ਮਰਨਾ, ਉਹਦੇ ਦੀ ਸ਼ਬਦਾਵਲੀ ਵਿੱਚ ਆਪਾਂ ਸ਼ਹੀਦ ਕਹਿੰਦੇ ਆ, ਕਹਿੰਦੇ ਇਹਨਾਂ ਨੇ ਤਾਂ ਮਰਨਾ ਹੀ ਹੈ, ਇਹਨਾਂ ਦੇ ਗੋਡੇ ਦੀ ਚੱਪਣੀ ਲਾ ਦੇ। ਉਹਨੇ ਤੇਸੀ ਮਾਰੀ ਜ਼ੋਰ ਦੀ ਤੇ ਚੱਪਣੀ ਲਾ ਦਿੱਤੀ। ਪਰ ਵਾਹਿਗੁਰੂ ਦਾ ਜਾਪ ਚੱਲਦਾ ਹੈ, ਗੁਰਬਾਣੀ ਦਾ ਅਭਿਆਸ ਚੱਲਦਾ ਹੈ। ਅਸੀਂ ਦੇਖੋ ਮਾੜੀ ਜੀ ਕੋਈ ਦੁੱਖ ਤਕਲੀਫ ਹੋਵੇ ਨਾ, ਕਈ ਵਾਰੀ ਮਹਿਸੂਸ ਕਰਦਾ ਕਿ ਸਾਨੂੰ ਗੁਰਬਾਣੀ ਭੁੱਲ ਜਾਂਦੀ ਹੈ। ਸਾਨੂੰ ਪਤਾ, ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ ਨਾ, ਸੋਦਰ ਦੀ ਪੌੜੀ, ਤੇ ਕਈ ਵਾਰੀ ਰਹਿ ਰਸ ਪੜ੍ਹਨ ਲੱਗ ਜਾਂਦੇ ਆ, ਧਿਆਨ ਨਹੀਂ ਹੁੰਦਾ। ਪਰ ਜਿਨ੍ਹਾਂ ਨੂੰ ਦੀਵਾਰ 'ਚ ਚਿਣਿਆ, ਉਹ ਗੁਰਬਾਣੀ ਦਾ ਜਾਪ ਕਰ ਰਹੇ ਨੇ। ਦੀਵਾਰ ਗਰਦਨ ਤੱਕ ਆ ਗਈ। ਗਰਦਨ ਤੋਂ ਆਈ, ਫਿਰ ਦੁਬਾਰਾ ਪੁੱਛਿਆ ਵੀ ਹਜੇ ਵੀ ਈਨ ਮੰਨ ਲਓ, ਇਸਲਾਮ ਕਬੂਲ ਲਓ। ਕਹਿਣ ਲੱਗੇ ਨਹੀਂ, ਇਹ ਨਹੀਂ ਹੋ ਸਕਦਾ। ਦੀਵਾਰ ਆਖਿਰ ਸਾਰਾ ਸਰੀਰ ਢਕਿਆ ਗਿਆ, ਸਿਰ ਤੋਂ ਉੱਪਰ ਤੱਕ ਦੀਵਾਰ ਹੋ ਗਈ। ਜਦੋਂ ਕੰਪਲੀਟ ਦੀਵਾਰ ਕਰਕੇ ਚੱਲੇ ਨਾ, ਇੱਕਦਮ ਕੁਦਰਤੀ ਐਸੀ ਖੇਡ ਵਰਤੀ, ਦੀਵਾਰ ਡਿੱਗ ਗਈ। ਜਦੋਂ ਦੀਵਾਰ ਡਿੱਗੀ, ਸਾਹਿਬਜ਼ਾਦੇ ਵੀ ਜ਼ਮੀਨ ਤੇ ਆ ਕੇ ਡਿੱਗ ਗਏ। ਵਜ਼ੀਰ ਖਾਨ ਨੇ ਆਖਿਆ ਦੇਖੋ ਜਿਉਂਦੇ ਨੇ ਕਿ ਮਰ ਗਏ। ਸ਼ਾਸਲ ਬੇਗ ਬਾਸ਼ਲ ਬੇਗ ਦੋਵਾਂ ਨੇ ਦੇਖਿਆ ਜੇ ਸਾਹ ਚੱਲਦਾ ਸੀ। ਵਜ਼ੀਰ ਖਾਨ ਨੇ ਹੁਕਮ ਕਰ ਦਿੱਤਾ, ਕਹਿੰਦੇ ਇਹਨਾਂ ਨੂੰ ਜਿਵਾ ਕਰ ਦਿਓ, ਭਾਵ ਇਹਨਾਂ ਦੇ ਛੁਰੀ ਚਲਾ ਦਿਓ ਗਰਦਨਾਂ ਤੇ। ਉਸੇ ਵੇਲੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਸਾਹਿਬਜ਼ਾਦਿਆਂ ਦੇ ਛਾਤੀ ਤੇ ਆਪਣੇ ਗੋਡੇ ਰੱਖ ਕੇ ਤੇ ਦੋਵਾਂ ਸਾਹਿਬਜ਼ਾਦਿਆਂ ਦੀ ਗਰਦਨ ਤੇ ਛੁਰੀ ਚਲਾਤੀ। ਔਰ ਕਿੰਨੀ ਦੇਰ ਤੱਕ ਸਾਹਿਬਜ਼ਾਦੇ ਇਸੇ ਤਰ੍ਹਾਂ ਤੜਪਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਕਹਿਣ ਲੱਗੇ ਹਮ ਆਪਣੀ ਜਾਨੇ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ। ਕੁਰਬਾਨੀ ਦੇ ਕੇ ਸਾਨੂੰ ਸਿੱਖੀ ਦਾ ਮਹਿਲ ਖੜਾ ਕਰਕੇ ਦੇ ਕੇ ਗਏ। ਅੱਜ ਸਾਡਾ ਫਰਜ਼ ਬਣਦਾ ਅਸੀਂ ਉਹ ਬਾਬਿਆਂ ਨੂੰ ਛੱਡ ਕੇ ਅਸੀਂ ਬਾਬਿਆਂ ਨਾਲ ਜੁੜੀਏ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਬਾਬੇ ਨੇ ਸਾਡੇ ਅਸਲੀ।
ਇਹਨਾਂ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਉਧਰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਹੁਣ ਦੇਖੋ ਤਿੰਨਾਂ ਦੇ ਸਰੀਰ ਪਏ ਨੇ, ਸੰਸਕਾਰ ਕਰਨ ਵਾਲਾ ਕੋਈ ਨਹੀਂ ਆ ਰਿਹਾ। ਇੱਥੇ ਇੱਕ ਫਿਰ ਕਹਿ ਲਓ ਕਿ ਧਨਾੜ ਹੈ, ਸ਼ਾਹੂਕਾਰ ਹੈ, ਉਹਦੇ ਕੋਲ ਧਨ ਬਹੁਤ ਹੈ, ਭਾਈ ਟੋਡਰ ਮੱਲ। ਇਹਦੇ ਅੰਦਰ ਮਨ ਨੇ ਆਵਾਜ਼ ਦਿੱਤੀ, ਮਨਾ ਤੂੰ ਇਹ ਸੇਵਾ ਲੈ ਲੈ। ਇਹਨੇ ਸੂਬਾ ਸਰਹੰਦ ਨੂੰ ਬੇਨਤੀ ਕੀਤੀ ਵੀ ਮੈਨੂੰ ਸਰੀਰ ਦੇ ਦਿਓ, ਮੈਂ ਸੰਸਕਾਰ ਕਰਨਾ ਹੈ। ਉਹ ਕਹਿਣ ਲੱਗੇ ਸੰਸਕਾਰ ਕਿੱਥੇ ਕਰੇਗਾ, ਜ਼ਮੀਨ ਤੇਰੇ ਕੋਲ ਹੈ, ਜ਼ਮੀਨ ਚਾਹੀਦੀ ਹੈ। ਉਹ ਕਹਿੰਦੇ ਦੇ ਦਿਓ ਮੈਨੂੰ ਜ਼ਮੀਨ। ਕਹਿੰਦੇ ਜ਼ਮੀਨ ਤੇ ਸੰਸਕਾਰ ਕਰਨ ਲਈ ਤੈਨੂੰ ਮੋਹਰਾਂ ਖੜੀਆਂ ਕਰਕੇ, ਇੱਕ ਹੁੰਦਾ ਮੋਹਰਾਂ ਵਿਛਾਣੀਆਂ ਬਿਠਾ ਕੇ, ਇੱਕ ਹੁੰਦਾ ਖੜੀਆਂ ਮੋਹਰਾਂ, ਖੜੀਆਂ ਮੋਹਰਾਂ ਕਰਕੇ ਤੈਨੂੰ ਜ਼ਮੀਨ ਜਿੰਨੀ ਲੈ ਸਕਦਾ ਲੈ ਲੈ। ਜਿੱਥੇ ਅੱਜ ਜੋਤੀ ਸਰੂਪ ਅਸਥਾਨ ਬਣਿਆ ਹੋਇਆ ਉੱਥੇ ਫਿਰ ਇਹਨੇ ਜ਼ਮੀਨ ਲਈ, ਸਾਰਾ ਘਰ ਬਾਰ ਇਹਦਾ ਸਭ ਕੁਝ ਵਿਕ ਗਿਆ, ਪਰ ਇਹਨੇ ਪਰਵਾਹ ਨਹੀਂ ਕੀਤੀ। ਤਿੰਨ ਗੁਰੂ ਸਾਹਿਬ ਜੀ ਦੇ ਦੋ ਲਾਲ ਤੇ ਮਾਤਾ ਗੁਜਰ ਕੌਰ ਜੀ, ਤਿੰਨਾਂ ਦੇ ਸਰੂਪ ਸਰੀਰ ਲਿਆ ਕੇ ਜਿੱਥੇ ਅੱਜ ਜੋਤੀ ਸਰੂਪ ਅਸਥਾਨ ਵੇਖਦੇ ਹੋ, ਇੱਥੇ ਇਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ। ਇਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਨੇ ਉਹ ਸ਼ਹਾਦਤ ਦਾ ਜਾਮ ਪੀਂਦੇ ਆ। ਗੁਰੂ ਸਾਹਿਬ ਜੀ ਦੇ ਪਿਤਾ ਜੀ ਨੂੰ ਕੁਰਬਾਨੀ ਦਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋ ਗਏ। ਇਹ ਸਾਰਾ ਕੁਝ ਕਿਉਂ ਹੈ? ਸੱਚ ਤੇ ਹੱਕ ਦੀ ਖਾਤਰ। ਗੁਰੂ ਘਰ ਕਿਸੇ ਨਾਲ ਵਿਰੋਧ ਨਹੀਂ ਕਰਦਾ। ਗੁਰੂ ਘਰ ਤੇ ਕਹਿੰਦਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੁਰੂ ਘਰ ਤੇ ਸਭਨਾਂ ਦਾ ਭਲਾ ਮੰਗਦਾ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਘਰ ਦੇ ਵਿੱਚ ਸਾਡੇ ਮਾਂ-ਬਾਪ ਆਪ ਜੁੜਨ, ਬੱਚਿਆਂ ਨੂੰ ਵੀ ਜੋੜਨ। ਤੇ ਜਿੰਨੇ ਵੀ ਤੁਸੀਂ ਇਹ ਸੁਣ ਰਹੇ ਹੋ ਜਾਂ ਰੋਜ਼ ਇਹ ਕਲਾਸਾਂ ਲਾਉਂਦੇ ਹੋ, ਇਹ ਜਿਹੜਾ ਕੈਂਪ ਲੱਗਦਾ ਇਹਦੇ ਵਿੱਚ ਤੁਸੀਂ ਹਾਜ਼ਰੀਆਂ ਭਰਦੇ ਹੋ, ਵਾਹਿਗੁਰੂ ਤੁਹਾਡੇ ਰਾਹੀਂ ਅੱਗੋਂ ਹੋਰ ਬੱਚਿਆਂ ਨੂੰ ਭਾਗ ਲਾਉਣ, ਹੋਰ ਵੀ ਗੁਰਮਤਿ ਵਿੱਚ ਆਉਣ, ਬਾਣੀ ਤੇ ਬਾਣੀ ਦੇ ਧਾਰਨੀ ਬਣਨ। ਅਸੀਂ ਵੀ ਅਡੋਲ ਰਹਿ ਕੇ ਆਪਣਾ ਜੀਵਨ ਸਫਲਾ ਕਰਨਾ ਹੈ। ਸਤਿਗੁਰੂ ਕਿਰਪਾ ਕਰਨ। ਜੋ ਅੱਜ ਦਾਸ ਦੀ ਸੇਵਾ ਲੱਗੀ ਸੀ ਉਹਨੂੰ ਆਪਣੇ ਇਸ ਬੋਲਾਂ ਰਾਹੀਂ ਨਿਭਾਉਣ ਦਾ ਯਤਨ ਕੀਤਾ ਹੈ। ਸਾਰੇ ਬੱਚਿਆਂ ਦਾ, ਗੁਰੂ ਕੇ ਪਿਆਰਿਆਂ ਦਾ ਔਰ ਵੀਰਾਂ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ। ਜੇ ਕੋਈ ਭੁੱਲ ਹੋ ਗਈ ਤਾਂ ਮਾਫ ਕਰ ਦੇਣਾ। ਸਤਿਗੁਰੂ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗਿਆਨੀ ਹਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਜੋ ਬੱਚਿਆਂ ਦੇ ਨਾਲ ਵਿਚਾਰਾਂ ਕੀਤੀਆਂ ਹਨ, ਸਾਹਿਬਜ਼ਾਦਿਆਂ ਬਾਰੇ ਆਪਾਂ ਨੂੰ ਦੱਸਿਆ ਹੈ। ਤੇ ਆਪਣਾ ਫਰਜ਼ ਬਣਦਾ ਵੀ ਅਸੀਂ ਵੀ ਗੁਰਬਾਣੀ ਨਾਲ ਜੁੜੀਏ। ਕਿ ਹੁਣ ਆਪਾਂ ਕੁਝ ਕੁ ਬੱਚਿਆਂ ਦੇ ਸਵਾਲ ਹਨ ਜੋ ਜਿਹੜੇ ਹਨ, ਗਿਆਨੀ ਜੀ ਨੂੰ ਬੇਨਤੀ ਹੈ ਕਿ ਕੁਝ ਕੁ ਸਮਾਂ ਹੋਰ ਆਪਾਂ ਬੱਚਿਆਂ ਦੇ ਸਵਾਲਾਂ ਦੇ ਜਵਾਬ ਜਿਹੜੇ ਹਨ ਜੀ, ਬੱਚੇ ਆਪਣੇ ਹੈਂਡ ਰੇਜ਼ ਕਰ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ, ਬੋਲੋ ਬੇਟਾ। ਸਭ ਤੋਂ ਪਹਿਲਾਂ ਮੈਂ ਸਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਿੱਖਿਆ ਦਿੱਤੀ। ਵਾਹਿਗੁਰੂ ਜੀ, ਮੇਰਾ ਕੁਐਸਚਨ ਸਰ ਤੋਂ ਹੈ ਕਿ ਕਿੰਨੇ ਕੁ ਦਿਨ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਰੋਟੀ ਨਹੀਂ ਦਿੱਤੀ ਗਈ ਸੀ? ਉਹ ਜਦੋਂ 7 ਪੋਹ ਨੂੰ ਉਹਨਾਂ ਨੇ ਦਰਿਆ ਪਾਰ ਕੀਤਾ ਨਾ, 7 ਪੋਹ ਨੂੰ, ਤੇ ਕੁੰਮੇ ਮਾਸ਼ਕੀ ਦੇ ਘਰ ਉਹਨਾਂ ਨੇ ਪ੍ਰਸ਼ਾਦਾ 7 ਪੋਹ ਨੂੰ ਛਕਿਆ। ਉਸ ਤੋਂ ਬਾਅਦ ਸਿਰਫ ਮੋਤੀ ਰਾਮ ਮਹਿਰਾ ਨੇ ਜਾ ਕੇ 12 ਪੋਹ ਨੂੰ ਦੁੱਧ ਦਿੱਤਾ ਹੈ। 7, 8, 9, 10, 11, 4 ਦਿਨ ਉਹ ਹੋ ਗਏ ਤੇ 13, 5 ਦਿਨ ਜਿਹੜੇ ਆ ਉਹਨਾਂ ਨੇ ਪ੍ਰਸ਼ਾਦਾ ਕੁਛ ਵੀ ਨਹੀਂ ਛਕਿਆ। ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਹਾਂਜੀ, ਜੀ ਹੁਣ ਕੀ ਬੇਟਾ 11803 ਜੀ, ਇਹ ਨੰਬਰ 11803 ਜੀ। जी अगला बच्चा ले लो जी। सर वाहिगुरु जी का खालसा, वाहिगुरु जी की फतेह जी। ਵਾਹਿਗੁਰੂ। सर मेरा क्वेश्चन सी भी हो ना, जलादा दा की नाम सी जिन्ना ने साहिबजादे ਨੂੰ ਸ਼ਹੀਦ ਕੀਤਾ ਸੀ ਜੀ? ਉਹ ਸ਼ਾਸ਼ਲ ਬੇਗ, ਬਾਸ਼ਲ ਬੇਗ, ਸਮਾਣੇ ਦੇ ਰਹਿਣ ਵਾਲੇ। ਸਮਾਣਾ ਇੱਕ ਪਿੰਡ ਦਾ ਨਾਮ ਹੈ। ठीक है सर, थैंक यू। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਿਨ੍ਹਾਂ ਨੇ ਜ਼ਮੀਨ ਖਰੀਦ ਲਈ ਸੀ ਟੋਡਰ ਮੱਲ, ਉਹ ਮੁਸਲਮਾਨ ਸੀ ਕਿ ਹਿੰਦੂ ਸੀ?
ਉਹ ਹਿੰਦੂ ਸੀ। ਟੋਡਰ ਮੱਲ ਜਿਹੜਾ ਇਹ ਹਿੰਦੂ ਧਰਮ ਚੋਂ ਹੈ। ਠੀਕ ਸਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਪੁੱਛਣਾ ਚਾਹੁੰਦੀ ਸੀ ਵੀ ਜਦੋਂ ਉਹਨਾਂ ਨੇ ਮੋਹਰਾਂ ਮਤਲਬ ਕਿ ਖੜੀਆਂ ਕੀਤੀਆਂ ਸੀ, ਉਹਦੇ ਵਿੱਚ 2 ਮੋਹਰਾਂ ਘਟ ਗਈਆਂ ਸੀ ਜੀ। ਜੀ ਮੈਂ ਸੁਣਿਆ ਸੀ ਵੀ 2 ਮੋਹਰਾਂ ਘਟ ਗਈਆਂ ਸੀ, ਘਟੀਆਂ ਸੀ ਵਿੱਚ 2 ਮੋਹਰਾਂ। ਨਹੀਂ, ਉਹ ਤਾਂ ਸਾਡੀ ਆਪਣੀ ਆਪਣੀ ਇੱਕ ਭਾਵਨਾ ਹੈਗੀ ਆ, ਉਹ ਸੱਚ ਤਾਂ ਕਿਸੇ ਨੂੰ ਵੀ ਨਹੀਂ ਪਤਾ। ਠੀਕ ਹੈ ਜੀ। ਇਸ ਕਰਕੇ ਉਹ ਸਭ ਕੁਝ ਉਹਦਾ ਵਿਕ ਗਿਆ ਸੀ। ਇਹ ਹੈ ਵੀ ਜੋ ਉਹਦੇ ਕੋਲ ਸੀ, ਉਹਦੇ ਕਾਰੋਬਾਰ ਘਰ-ਬਾਰ ਸਭ ਕੁਝ ਵੇਚ ਕੇ ਉਹਨੇ ਮੋਹਰਾਂ ਪੂਰੀਆਂ ਕਰਤੀਆਂ ਸੀ। ਅਗਲਾ ਬੱਚਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ। ਆਪ ਜੀ ਨੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਸਾਨੂੰ। ਮੇਰਾ ਕੁਐਸਚਨ ਇਹ ਸੀ ਕਿ ਮਾਤਾ ਗੁਜਰੀ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਆਪ ਜੀ ਨੇ ਕਿਹਾ ਸੀ ਨਾ। ਉਹਨਾਂ ਨੂੰ ਬੁਰਜ ਤੋਂ ਨਾ ਥੱਲੇ ਸੁੱਟ ਦਿੱਤਾ ਸੀ। ਬੁਰਜ ਤੋਂ ਥੱਲੇ ਸੁੱਟ ਦਿੱਤਾ ਸੀ। ਵਾਹਿਗੁਰੂ ਜੀ, ਬਟ ਇਤਿਹਾਸ ਦੇ ਵਿੱਚ ਤੇ ਲਿਖਿਆ ਕਿ ਉਹ ਵੈਸੇ ਜਦੋਂ ਉਹਨਾਂ ਦੀ ਬੇਗਮ ਨੇ ਕਿਹਾ ਸੀ, ਜ਼ਕਰੀਆ ਖਾਨ ਦੀ ਬੇਗਮ ਨੇ ਇਸ਼ਾਰਾ ਕੀਤਾ ਸੀ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹ ਆਪੇ ਹੀ ਸਵਾਸ ਤੇ ਆ ਗਏ ਸਨ। ਜੇ ਦੇਖੋ, ਇੰਨੇ ਕਮਜ਼ੋਰ ਨਹੀਂ ਸੀ। ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਆਪਣੀ ਝੋਲੀ ਪਵਾਇਆ ਹੋਵੇ, ਇੰਨਾ ਭਾਣਾ ਮੰਨਿਆ ਹੋਵੇ, ਤੇ ਉਹ ਇੱਥੇ ਆ ਕੇ ਕਿਵੇਂ ਡੋਲ ਸਕਦੇ ਨੇ? ਇੰਨੇ ਕਮਜ਼ੋਰ ਨਹੀਂ ਸੀ ਮਾਤਾ ਜੀ, ਇਸ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਹਰਜੀਤ ਸਿੰਘ ਜੀ ਦਾ। ਤੇ ਅਸੀਂ ਆਸ ਕਰਦੇ ਹਾਂ ਕਿ ਵਾਹਿਗੁਰੂ ਜੀ। ਹਾਂਜੀ, ਗਿਆਨੀ ਹਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੇ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਬੱਚਿਆਂ ਨੇ ਪ੍ਰਸ਼ਨ ਵਗੈਰਾ ਪੁੱਛੇ ਨੇ। ਇੱਕ ਬੱਚਾ ਜਿਸ ਤਰ੍ਹਾਂ ਕਵਿਤਾ ਪੇਸ਼ ਕਰਨ ਵਾਸਤੇ ਕਹਿੰਦਾ ਸੀ, ਤਾਂ ਸਾਰੇ ਬੱਚੇ ਨੋਟ ਕਰ ਲਵੋ ਕਿ ਹੁਣ ਆਪਾਂ ਜਿਸ ਤਰ੍ਹਾਂ ਕਵਿਤਾਵਾਂ ਤੇ ਕਵਿਸ਼ਰੀਆਂ ਬੱਚਿਆਂ ਦੇ ਲੈ ਰਹੇ ਹਾਂ, ਇਹ ਤੁਹਾਨੂੰ ਨੰਬਰ ਵੀ ਦਿਖਾਇਆ ਜਾਊਗਾ ਸਕਰੀਨ ਦੇ ਉੱਪਰ 9920 94170। ਇਹਦੇ ਉੱਪਰ ਆਪਾਂ ਜਾਪ ਸੇਵਾ ਵੀ ਲੈ ਸਕਦੇ ਹਾਂ ਤੇ ਕਵਿਤਾ ਕਵਿਸ਼ਰੀ ਵੀ ਜਿਸ ਨੇ ਨੋਟ ਕਰਵਾਉਣੀ ਆ ਨੋਟ ਕਰਵਾਓ। ਤੇ ਵੱਧ ਤੋਂ ਵੱਧ ਬੱਚਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਪਾਰਟੀਸਪੇਟ ਕਰੀਏ ਤੇ ਹੋਰ ਸੰਗਤਾਂ ਬੱਚਿਆਂ ਨੂੰ ਵੀ ਨਾਲ ਆਪਾਂ ਜੋੜਨਾ ਕਰੀਏ ਜੀ। ਇੱਥੇ ਹੀ ਆਪਣੇ ਅੱਜ ਕੈਂਪ ਦੀ ਸਮਾਪਤੀ ਹੈ ਤੇ ਸਾਰੇ ਬੱਚਿਆਂ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਜੋ ਆਪਣੇ ਦਫ਼ਤਰ ਵਾਲੇ ਕੈਂਪ ਚਲਵਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਖਾਸ ਨਾਲ ਸਭ ਤੋਂ ਵੱਧ ਧੰਨਵਾਦ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਇੰਗਲੈਂਡ ਵਾਲੇ, ਜੋ ਆਪਾਂ ਨੂੰ ਅੱਗੇ ਹੋ ਕੇ ਆਪਾਂ ਨੂੰ ਮਾਰਗਦਰਸ਼ਨ ਕਰ ਰਹੇ ਨੇ ਜੀ। ਤੇ ਵਾਹਿਗੁਰੂ ਜੀ ਦਾ ਵੀ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਸ ਤਰ੍ਹਾਂ ਆਪਾਂ ਗੁਰਬਾਣੀ ਨਾਲ ਜੁੜ ਕੇ ਹੋਰ ਸਾਰੀਆਂ ਸੇਵਾਵਾਂ ਦੇ ਪਾਤਰ ਬਣ ਕੇ ਜੀ ਲਾਭ ਲੈ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।